305, Yes, sir. 306, Present, sir. 308, Present, sir. 9, Present, sir. then 13 नहीं है, 14 भी नहीं है, 15, Present, sir. 319, Present, sir. आज का टॉपिक नोट कर लो, कॉपी पेन ले लो। करण क्या भेज रही है ग्रुप में? सर असाइनमेंट भेजी थी दूसरे ग्रुप में भेजती मैं डिलीट करके भेज दी है। ओके नो प्रॉब्लम। एंड टॉपिक नोट कर लो, इंप्रूविंग कवरेज एंड कैपेसिटी ऑफ सेलुलर सिस्टम। स्क्रीन दिख रही सब लोग? हाँ जी सर। राइट। ਇਹ क्वेश्चन 10 ਮਾਰਕਸ ਦਾ ਹੈ ਜੇ ਐਜ਼ ਇਟ ਇਜ਼ ਆ ਜਾਵੇ ਕਿ what are the ways to improve the coverage and capacity of cellular system। ਜੇ ਇਹਦੇ ਅੱਗੋਂ ਪਾਰਟਸ ਹੈਗੇ ਕੁਝ, ਜੇ ਉਹ ਕੱਲੇ ਆਉਂਦੇ ਆ ਤਾਂ ਫਿਰ 5 ਮਾਰਕਸ ਦਾ ਆਏਗਾ। ਠੀਕ ਹੈ, ਸੋ ਇਕੱਠਾ ਕੁਐਸਚਨ ਦੀ ਆਪਾਂ ਗੱਲ ਕਰੀਏ ਤਾਂ 10 ਮਾਰਕਸ ਦਾ ਕੁਐਸਚਨ ਆਉਂਦਾ ਹੁੰਦਾ ਹੈ ਐਂਡ ਬਹੁਤ ਇੰਪੋਰਟੈਂਟ ਹੈ ਸਾਡੀ ਨੌਲੇਜ ਲਈ ਵੀ ਤੇ ਐਗਜ਼ਾਮ ਪਰਪਸ ਲਈ ਵੀ। ਠੀਕ ਹੈ, ਹੁਣ ਇਹਦੇ ਟੌਪਿਕ ਦਾ ਮਤਲਬ ਸਮਝੀਏ ਆਪਾਂ। ਇੰਪਰੂਵਿੰਗ ਕਵਰੇਜ, ਆਪਾਂ ਕੋਲ ਯੂਜ਼ਰ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਯੂਜ਼ਰ ਕਪੈਸਿਟੀ, ਇੱਕ ਹੁੰਦੀ ਯੂਜ਼ਰ ਕਵਰੇਜ। ਯੂਜ਼ਰ ਕਪੈਸਿਟੀ ਦਾ ਮਤਲਬ ਹੈ ਕਿ ਜੇ ਅਸੀਂ 1000 ਬੰਦੇ ਐਟ ਏ ਟਾਈਮ ਸਾਈਮਲਟੇਨੀਅਸਲੀ ਮੈਨੇਜ ਕਰ ਰਹੇ ਹਾਂ ਇੱਕ ਸਪੈਕਟਰਮ ਤੋਂ, ਉਹਨੂੰ 1000 ਨੂੰ ਵਧਾਉਣਾ ਇਨ ਟਰਮਸ ਆਫ 1200 1300, ਮਤਲਬ ਆਪਾਂ ਯੂਜ਼ਰ ਦੀ ਕਪੈਸਿਟੀ ਵਧਾਣੀ ਕਿ ਉਹਨੇ ਸਪੈਕਟਰਮ ਦੇ ਵਿੱਚ ਆਪਾਂ ਵੱਧ ਤੋਂ ਵੱਧ ਯੂਜ਼ਰ ਆਪਾਂ ਜਿਹੜੇ ਉਹ ਮੈਨੇਜ ਕਰ ਸਕੀਏ ਜਾਂ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰ ਸਕੀਏ, ਉਹਨੂੰ ਆਪਾਂ ਕਹਿੰਦੇ ਇੰਪਰੂਵਿੰਗ ਯੂਜ਼ਰ ਕਪੈਸਿਟੀ। ਠੀਕ ਹੈ, ਦੂਜਾ ਹੁੰਦਾ ਯੂਜ਼ਰ ਕਵਰੇਜ। ਕਵਰੇਜ ਹੁੰਦਾ ਸਾਡੇ ਕੋਲ ਇੰਨਾ ਏਰੀਆ ਅਗਰ ਕਵਰ ਹੋ ਰਿਹਾ ਓਵਰਆਲ ਸੈਲੂਲਰ ਸਿਸਟਮ ਵਿੱਚ, ਆਪਾਂ ਇਹਨੂੰ ਵਧਾਉਣਾ, ਰਾਈਟ, ਤਾਂ ਕਿ ਸਾਡੇ ਕਵਰੇਜ ਵਧਣ ਦੇ ਨਾਲ ਜਿਹੜੇ ਬਾਹਰ ਦੀ ਕਵਰੇਜ ਦੇ ਵਿੱਚ ਯੂਜ਼ਰ ਹੋਣਗੇ ਉਹਨੂੰ ਵੀ ਆਪਾਂ ਸਰਵਿਸ ਦੇ ਸਕੀਏ। ਤਾਂ ਅਲਟੀਮੇਟਲੀ ਆਪਾਂ ਇਹਦੇ ਵਿੱਚ ਕਵਰੇਜ ਵਧਾ ਰਹੇ ਹਾਂ, ਸੋ ਇਟ ਇਜ਼ ਕਾਲਡ ਇੰਪਰੂਵਿੰਗ ਯੂਜ਼ਰ ਕਵਰੇਜ। ਰਾਈਟ, समझ आ गया? सर आपको बाहर वाला एरिया बताना है। हाँ, कवरेज ਵਧਾਣੀ ਹੈ, ਮਤਲਬ ਬਾਹਰ ਵਾਲਾ ਕਹਿ ਲਓ ਜੋ ਮਰਜ਼ੀ, ਇੱਥੇ ਬੇਸ ਸਟੇਸ਼ਨ ਲੱਗਾ ਇੱਥੋਂ ਦੀ ਇਹਦੀ ਕਵਰੇਜ ਜਿਹੜੀ ਮੰਨ ਲਓ ਸੈਲੂਲਰ ਸਿਸਟਮ ਸਾਰਾ ਇੱਥੇ ਤੱਕ ਕਵਰ ਕਰ ਰਿਹਾ, ਸਾਡਾ ਜਲੰਧਰ ਤੱਕ ਕਵਰ ਕਰ ਰਿਹਾ, ਕੋਈ ਆਪਾਂ ਨੂੰ ਫਗਵਾੜਾ ਵੀ ਕਵਰ ਕਰਵਾਉਣਾ ਜਾਂ ਆਪਾਂ ਉਹਨੂੰ ਉਧਰ ਲੁਧਿਆਣਾ ਵੀ ਕਵਰ ਕਰਵਾਉਣਾ, ਤੇ ਆਪਾਂ ਕਵਰੇਜ ਏਰੀਆ ਵਧਾਣਾ ਉਹਦਾ। ਦੈਟਸ ਦਾ ਯੂਜ਼ਰ ਕਵਰੇਜ ਇੰਪਰੂਵਮੈਂਟ। ਠੀਕ ਹੈ, ओके सर। तो ਇਹ ਦੋਨੋਂ ਚੀਜ਼ਾਂ ਨੂੰ ਇੰਪਰੂਵ ਕੀਤਾ ਜਾ ਸਕਦਾ ਇਨ ਦਾ ਸੈਲੂਲਰ ਸਿਸਟਮ, ਉਹਦੇ ਰਿਲੇਟਡ ਹੀ ਟੌਪਿਕ ਹੈ, ਬਟ ਕਿੱਦਾਂ ਕੀਤਾ ਜਾ ਸਕਦਾ ਉਹਦੇ ਬਾਰੇ ਗੱਲ ਕਰਦੇ ਹਾਂ। ਮਤਲਬ ਵਾਟ ਆਰ ਦਾ ਟੈਕਨੀਕਸ ਔਰ ਮੈਥਡਸ ਟੂ ਇੰਪਰੂਵ ਦਾ ਕਵਰੇਜ ਐਂਡ ਸੈਲੂਲਰ ਕਪੈਸਿਟੀ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਪੜ੍ਹਦੇ ਹਾਂ ਆਪਾਂ ਕਿ ਸਾਨੂੰ ਲੋੜ ਕਿਉਂ ਪੈਂਦੀ ਹੈ ਇੰਪਰੂਵਮੈਂਟ ਦੀ। ਐਜ਼ ਦਾ ਡਿਮਾਂਡ ਫॉर ਵਾਇਰਲੈਸ ਸਰਵਿਸ ਇੰਕਰੀਜ਼ਸ, ਹੁਣ ਸਾਨੂੰ ਪਤਾ ਕਿ ਹਰ ਰੋਜ਼ ਜਿਹੜਾ ਯੂਜ਼ਰ ਹੈ ਉਹ ਵੱਧ ਰਿਹਾ। ਮਤਲਬ ਪਹਿਲਾਂ ਏਦਾਂ ਹੁੰਦਾ ਸੀਗਾ ਕਿ ਘਰ ਦੇ ਵਿੱਚ ਇੱਕ ਜਣਾ ਜਿਹੜਾ ਵੱਡਾ ਹੁੰਦਾ ਸੀ ਜਾਂ ਜਿਹੜਾ ਕੰਮ ਕਰਦਾ ਸੀ, ਸਿਰਫ ਉਹਦੇ ਕੋਲ ਸਮਾਰਟਫੋਨ ਜਾਂ ਮੋਬਾਈਲ ਹੁੰਦਾ ਸੀ। ਠੀਕ ਹੈ, ਹੁਣ ਉਸੇ ਮੋਬਾਈਲ ਤੋਂ ਸਾਰਾ ਫੈਮਿਲੀ ਜਿਹੜੀ ਸੀ ਉਹ ਅਗਰ ਕਿਸੇ ਨਾਲ ਗੱਲ ਕਰਨੀ ਤਾਂ ਇੱਕ ਫੋਨ ਤੋਂ ਹੀ ਯੂਜ਼ ਕਰਦੇ ਸੀ ਆਪਾਂ ਆਲਮੋਸਟ। ਠੀਕ ਹੈ, ਫਿਰ ਘਰ ਦੇ ਵਿੱਚ ਜਿਹੜੇ ਵੱਡੇ ਹੋਰ ਪੜ੍ਹਦੇ ਸੀਗੇ ਸਟੂਡੈਂਟਸ ਜਾਂ ਹਾਊਸ ਵਾਈਫ ਸੀ, ਉਹਨਾਂ ਨੂੰ ਵੀ ਮੋਬਾਈਲ ਦੀ ਲੋੜ ਪੈ ਗਈ ਤਾਂ ਉਹਨਾਂ ਨੂੰ ਵੀ ਫੋਨ ਲੈ ਕੇ ਦੇਣੇ ਪੈਂਦੇ ਸੀਗੇ ਫੈਮਿਲੀ 'ਚ। ਅੱਜ ਕੱਲ੍ਹ ਹਰ ਬੱਚਾ, ਚਾਹੇ ਉਹ 10ਵੀਂ 'ਚ ਹੈ ਚਾਹੇ ਉਹ ਛੋਟਾ ਬੱਚਾ ਹੈ, ਠੀਕ ਹੈ, ਹਰ ਕਿਸੇ ਕੋਲ ਆਪਣਾ ਇੱਕ ਡੈਡੀਕੇਟਡ ਸਮਾਰਟਫੋਨ ਹੈ। ਦੈਟ ਮੀਨਸ ਉਹਦਾ ਇੱਕ ਆਪਣਾ ਸਿਮ ਹੋਏਗਾ। ਠੀਕ ਹੈ, ਕਈਆਂ ਕੋਲ ਦੋ ਸਿਮ ਹੈ। ਸਾਡੇ ਕੰਮ ਦੀ ਨੀਡ ਇੱਦਾਂ ਦੀ ਹੋ ਗਈ ਹੈ ਕਿ ਸਾਨੂੰ ਇੱਕ ਪ੍ਰੋਫੈਸ਼ਨਲ ਸਿਮ ਅਲੱਗ ਰੱਖਣਾ ਪੈਂਦਾ ਤੇ ਇੱਕ ਪਰਸਨਲ ਅਲੱਗ ਰੱਖਣਾ ਪੈਂਦਾ। ਠੀਕ ਹੈ, ਸੋ ਹਰ ਕਿਸੇ ਕੋਲ ਡਿਮਾਂਡ ਵੱਧ ਰਹੀ ਹੈ ਜਿੱਦਾਂ ਜਿੱਦਾਂ ਸਟੂਡੈਂਟਸ ਵੱਡੇ ਹੋ ਰਹੇ ਆ। ਮਤਲਬ ਪਹਿਲਾਂ 6ਵੀਂ 7ਵੀਂ 'ਚ ਬੱਚੇ ਪੜ੍ਹ ਰਹੇ ਆ, ਉਹ ਪਹਿਲੀ ਡਿਮਾਂਡ ਉਹਨਾਂ ਦੀ ਹੁੰਦੀ ਕਿ ਸਾਨੂੰ ਫੋਨ ਚਾਹੀਦਾ। ਠੀਕ ਹੈ, ਅਲਟੀਮੇਟਲੀ ਕੀ ਹੋ ਰਿਹਾ, ਸਾਡੀ ਵਾਇਰਲੈਸ ਸਰਵਿਸ ਜਿਹੜੀ ਹੈ ਸੈਲੂਲਰ ਸਰਵਿਸ ਹੈ, ਇਹਦੀ ਡਿਮਾਂਡ ਵੱਧ ਰਹੀ ਹੈ।
ਉਹਨੇ ਜ਼ਿਆਦਾ ਸਿਮ ਵਿਕ ਰਹੇ, ਉਹਨੇ ਜ਼ਿਆਦਾ ਸਬਸਕ੍ਰਾਈਬਰਸ ਵੱਧ ਰਹੇ। ਉਹਦੇ ਨਾਲ ਕੀ ਹੋਏਗਾ, the number of channels assigned to a cell eventually becomes insufficient to support the required number of users। ਹੁਣ ਸਾਨੂੰ ਪਤਾ ਹੈ ਕਿ ਇਹ ਜਿਹੜਾ ਸੈਲੂਲਰ ਸਿਸਟਮ ਹੈ ਇਹ ਲਿਮਿਟਿਡ ਬੈਂਡਵਿਡਥ ਤੇ ਚੱਲਦਾ ਹੈ। ਲਿਮਿਟਿਡ ਬੈਂਡਵਿਡਥ ਮਤਲਬ ਸਾਡੇ ਕੋਲ ਚੈਨਲ ਜਿਹੜੇ ਆ ਉਹ ਲਿਮਿਟਿਡ ਰਹਿੰਦੇ ਆ, ਠੀਕ ਹੈ। ਆਪਾਂ ਜਿੱਦਾਂ ਮੰਨ ਲਓ ਕਿਸੇ ਨੂੰ 1000 ਚੈਨਲ ਦੀ ਸਰਵਿਸ ਦੇ ਸਕਦਾ ਨਾ ਸਾਈਮਲਟੇਨੀਅਸਲੀ, ਤੇ 1000 ਤੋਂ ਵੱਧ ਉਹਦੇ ਲਈ ਮੁਸ਼ਕਿਲ ਹੋ ਜਾਂਦਾ। ਬਟ ਜਿੱਦਾਂ ਜਿੱਦਾਂ ਡਿਮਾਂਡ ਵਧੇਗੀ, ਹੁਣ ਇਸ ਏਰੀਆ ਦੇ ਵਿੱਚ ਅੱਗੇ 1000 ਯੂਜ਼ਰ ਪੂਰਾ ਕਰ ਰਿਹਾ ਸੀ, ਪਰ ਇਸ ਏਰੀਆ ਵਿੱਚ ਸਾਡੇ ਕੋਲ 200 ਹੋਰ ਸਬਸਕ੍ਰਾਈਬਰ ਐਡ ਹੋ ਗਏ ਆ ਜਿਹਨੇ ਉਹ ਸਰਵਿਸ ਲੈ ਲਈ। ਹੁਣ ਉਹ 200 ਨੂੰ ਵੀ ਸਰਵਿਸ ਪ੍ਰੋਵਾਈਡ ਕਰਨੀ ਹੈ, ਏਰੀਆ ਉਨਾ ਹੀ ਹੈ, ਠੀਕ ਹੈ। ਸੋ ਉਸ ਚੀਜ਼ ਲਈ ਸਾਨੂੰ ਕੀ ਹੈ, ਇਨਸਫੀਸ਼ੀਐਂਟ ਹੋ ਜਾਂਦਾ ਹੈ ਚੈਨਲ ਅਸਾਈਨ ਕਰਨਾ ਉਹਨਾਂ ਬੰਦਿਆਂ ਲਈ ਜਿਹੜੇ ਰਿਕੁਆਇਰ ਨੰਬਰ ਆਫ ਯੂਜ਼ਰਸ ਵਧੇ ਹੈ। At this point, cellular design techniques are needed to provide more channels per unit coverage area। ਉਸ ਟਾਈਮ ਤੇ ਸਾਨੂੰ ਇਦਾਂ ਦਾ ਕੁਝ ਡਿਜ਼ਾਈਨ ਟੈਕਨੀਕ ਯੂਜ਼ ਕਰਨੀਆਂ ਪੈਂਦੀਆਂ, ਕੁਝ ਡਿਜ਼ਾਈਨਿੰਗ ਬਣਾਉਣੀ ਪੈਂਦੀ ਹੈ ਸੈਲੂਲਰ ਸਿਸਟਮ 'ਚ, ਜਿਹਦੇ ਨਾਲ ਉਹ ਜਿਹੜੇ ਐਕਸਟਰਾ ਜੁੜੇ ਸੀਗੇ ਸਬਸਕ੍ਰਾਈਬਰ, ਡਿਮਾਂਡ ਜਿਹੜੀ ਜੁੜੀ ਸੀਗੀ ਉਹਨੂੰ ਵੀ ਕਵਰ ਅਪ ਕੀਤਾ ਜਾ ਸਕੇ ਵਿਦਿਨ ਦੈਟ ਕਵਰੇਜ ਏਰੀਆ, ਠੀਕ ਹੈ। ਸੋ ਉਸ ਚੀਜ਼ ਨੂੰ ਕਰਨ ਲਈ ਸਾਡੇ ਕੋਲ ਟੈਕਨੀਕ ਜਿਹੜੀਆਂ ਹੁੰਦੀਆਂ ਨੋਟ ਕਰ ਲਓ। 3 ਤਰ੍ਹਾਂ ਦੀ ਟੈਕਨੀਕਸ ਹੈ, ਜਿਹਦੇ ਚੋਂ ਪਹਿਲੀਆਂ 2 ਟੈਕਨੀਕ ਜਿਹੜੀ ਹੈ ਦੈਟ ਇਜ਼ ਕਾਲਡ ਸੈਲ ਸਪਲਿਟਿੰਗ ਐਂਡ ਸੈਲ ਸੈਕਟਰਿੰਗ। ਇਹ ਹੁੰਦਾ ਯੂਜ਼ਰ ਕਪੈਸਿਟੀ ਨੂੰ ਵਧਾਉਣ ਲਈ ਯੂਜ਼ ਕੀਤਾ ਜਾਂਦਾ, ਠੀਕ ਹੈ। ਸੈਲ ਸਪਲਿਟਿੰਗ word याद रखना है, cell splitting and the other one is cell sectoring। ਕੀ ਹੁੰਦਾ ਇਹਦੇ ਬਾਰੇ ਆਪਾਂ ਹੁਣੇ ਪੜ੍ਹਦੇ ਹਾਂ ਬਰੀਫਲੀ। ਇਹ ਦੋਨੋਂ ਯੂਜ਼ਰ ਕਪੈਸਿਟੀ ਨੂੰ ਇਨਕਰੀਜ਼ ਕਰਦੇ। ਯੂਜ਼ਰ ਕਪੈਸਿਟੀ ਦਾ ਮਤਲਬ ਚੈਨਲਸ ਪਰ ਯੂਨਿਟ ਏਰੀਆ ਵੱਧ ਜਾਂਦਾ, ਏਰੀਆ ਦੇ ਵਿੱਚ ਚੈਨਲਸ ਵੱਧ ਜਾਂਦੇ ਆ ਜਾਂ ਤਾਂ ਕਿ ਵੱਧ ਤੋਂ ਵੱਧ ਯੂਜ਼ਰਸ ਨੂੰ ਕਵਰ ਅਪ ਕਰ ਸਕੇ ਇੱਕੋ ਟਾਈਮ ਤੇ ਉਸ ਤੋਂ ਬਾਅਦ ਇੱਕ ਹੋਰ ਟੈਕਨੀਕ ਹੁੰਦੀ ਜਿਹਨੂੰ ਆਪਾਂ ਕਹਿੰਦੇ ਰਿਪੀਟਰਸ। ਇਹ ਹੁੰਦੀ ਕਵਰੇਜ ਜ਼ੋਨ ਅਪਰੋਚ। ਕਵਰੇਜ ਨੂੰ ਜਦੋਂ ਕਵਰੇਜ ਜ਼ੋਨ ਨੂੰ ਅਪਰੋਚ ਕਰਨਾ ਹੋਵੇ ਕਿ ਸਾਨੂੰ ਇੰਨੀ ਕਵਰੇਜ ਅੱਗੇ ਕਰ ਰਹੇ ਸੀ ਤੇ ਉੱਤੇ ਆਪਾਂ ਰਿਪੀਟਰਸ ਲਗਾਤੇ, ਉਹਦੀ ਕਵਰੇਜ ਵੱਧ ਗਈ ਹਰ ਪਾਸੇ ਤੇ ਇਟ ਵਿਲ ਇੰਪਰੂਵ ਦਾ ਕਵਰੇਜ। 2 ਚੀਜ਼ਾਂ ਦੋਨੋਂ ਇੰਪਰੂਵ ਹੋ ਸਕਦੀਆਂ। ਜਿਹੜੀ ਯੂਜ਼ਰ ਕਪੈਸਿਟੀ ਹੈ ਦੈਟ ਕੈਨ ਬੀ ਇੰਪਰੂਵਡ ਬਾਈ ਸੈਲ ਸਪਲਿਟਿੰਗ ਐਂਡ ਸੈਲ ਸੈਕਟਰਿੰਗ। ਜਿਹੜੀ ਕਵਰੇਜ ਹੈ ਯੂਜ਼ਰ ਕਵਰੇਜ ਹੈ ਦੈਟ ਕੈਨ ਬੀ ਇੰਪਰੂਵਡ ਬਾਈ ਦਾ ਰਿਪੀਟਰਸ ਔਰ ਕਵਰੇਜ ਜ਼ੋਨ ਅਪਰੋਚ। ਇੱਥੇ ਤੱਕ ਕਲੀਅਰ ਹੈ? ਹਾਂਜੀ ਹਾਂਜੀ ਸਰ। ਸਰ। जी सर। तो नाम बोलियो टेक्निक्स का। सेल स्प्लिटिंग, ਸੈਲ ਸਪਲਿਟਿੰਗ, ਸੈਲ ਸੈਕਟਰਿੰਗ। सेल सेक्टरिंग, सेल स्प्लिटिंग एंड सेल सेक्टरिंग ਇਹ ਕਾਦੇ ਲਈ ਯੂਜ਼ ਹੁੰਦੇ ਆ? यूजर सर कैपेसिटी, यूजर कैपेसिटी इंप्रूव कर। यस एंड कवरेज कौन इंप्रूव करता है? रिपीटर, रिपीटर्स, राइट, ठीक है। ਹੁਣ ਸੈਲ ਸਪਲਿਟਿੰਗ ਕੀ ਹੁੰਦਾ? ਸਪਲਿਟ ਦਾ ਮਤਲਬ ਕੀ ਹੁੰਦਾ? ਸਰ ਡਿਵਾਈਡ ਕਰਨਾ। ਡਿਵਾਈਡ ਕਰਨਾ। ਆ ਸਾਡੇ ਕੋਲ ਇੱਕ ਡਾਇਗਰਾਮ ਦਿਖ ਰਿਹਾ, ਹਾਂਜੀ हाँ जी सर। ਇਹਦੇ ਵਿੱਚ ਦੇਖੋ ਜਿਹੜੇ ਆ ਸੈਲਸ ਹੈ, ਜਿੱਦਾਂ ਆ ਵੱਡੇ ਵੱਡੇ ਸੈਲਸ ਹੈ, ਇਹਦੇ ਵਿੱਚ ਕੁਝ ਛੋਟੇ ਸੈਲਸ ਨੂੰ ਜਿੱਦੋਂ ਮੈਂ ਸ਼ੇਡ ਕਰ ਰਿਹਾ, ਛੋਟੇ ਸੈਲਸ ਨੂੰ ਇੰਟਰੋਡਿਊਸ ਕੀਤਾ ਗਿਆ ਵਿਦਿਨ ਦਾ ਬਿਗਰ ਸੈਲਸ, ਠੀਕ ਹੈ। ਵੱਡੇ ਸੈਲ ਦੇ ਵਿੱਚ ਆਪਾਂ ਸਮਾਲ ਸੈਲਸ ਨੂੰ ਜਦੋਂ ਇੰਟਰੋਡਿਊਸ ਕਰਦੇ ਆ ਦੈਟ ਇਜ਼ ਕਾਲਡ ਦਾ ਸੈਲ ਸਪਲਿਟਿੰਗ, ਠੀਕ ਹੈ। ਹੁਣ ਇਹਦੀ ਲੋੜ ਕਿਉਂ ਪਈ ਸਾਨੂੰ? ਵਾਈ ਵੀ ਨੀਡ ਦੈਟ? ਸਪਲਿਟਿੰਗ ਨਾਲ ਕੀ ਹੋਏਗਾ? ਕੋਈ ਦੱਸ ਸਕਦਾ ਹੈ ਇਸ ਡਾਇਗਰਾਮ ਨੂੰ ਦੇਖਦੇ ਹੋਏ ਕਿ ਆਪਾਂ ਜਿਹੜੇ ਸੈੱਲ ਨੂੰ ਵਿੱਚ ਨਵੇਂ ਇੰਟਰੋਡਿਊਸ ਕੀਤੇ ਆ ਛੋਟੇ ਛੋਟੇ, ਇਹਦੇ ਨਾਲ ਕੀ ਹੋਏਗਾ? सर जिथे अपनी कवरेज घट सी उत्थे भी मतलब अपने यूजर यूज कर सकते हैं। ਇੰਟਰਫੇਸਿੰਗ ਘਟ ਜਾਏਗੀ। ਇੰਟਰਫੇਸਿੰਗ ਘਟ ਜਾਏਗੀ। ਇੰਟਰਫੇਸਿੰਗ ਕਿੱਦਾਂ ਘਟੇਗੀ? ਜੇ ਮੈਂ ਉਹਦੇ ਵਿੱਚ ਇੱਕ ਸੈੱਲ ਨਵਾਂ ਇੰਟਰੋਡਿਊਸ ਕਰ ਦਵਾਂਗਾ, ਜਿੱਦਾਂ ਮੰਨ ਲਓ ਇਹ ਸੈੱਲ ਦਾ ਨਾਮ ਸੀਗਾ A, ਇਹਦੀ ਜਿਹੜੀ ਕਵਰੇਜ ਹੈ ਦੈਟ ਇਜ਼ ਇਨ ਦਾ A, ਠੀਕ ਹੈ। ਇਹਦੇ ਵਿੱਚ ਮੈਂ ਸੈੱਲ ਇੱਕ ਨਵਾਂ ਛੋਟਾ ਸੈੱਲ ਇੰਟਰੋਡਿਊਸ ਕੀਤਾ, ਛੋਟੇ ਸੈੱਲ ਨੂੰ ਆਪਾਂ ਕਹਿੰਦੇ ਮਾਈਕਰੋ ਸੈੱਲ। ਜਦੋਂ ਛੋਟਾ ਸੈੱਲ ਇਹਦੇ ਵਿੱਚ ਇੰਟਰੋਡਿਊਸ ਕੀਤਾ, ਉਹਦੀ ਫ੍ਰੀਕੁਐਂਸੀ ਰੱਖੀ E ਤੇ F, ਠੀਕ ਹੈ। E ਤੇ F ਉਦਾਂ ਵੀ ਵੱਡੇ ਸੈੱਲ 'ਚ ਵੀ ਹੈਗੀ ਹੈ, ਦੈਟ ਇਜ਼ E ਐਂਡ ਦੈਟ ਇਜ਼ F, ਠੀਕ ਹੈ। ਪਰ ਆਪਾਂ ਇਸ A ਦੇ ਵਿੱਚ E ਤੇ F ਨੂੰ ਇੰਟਰੋਡਿਊਸ ਕੀਤਾ, 2 ਛੋਟੇ ਸੈੱਲਸ ਨੂੰ। ਉਹਨੂੰ ਕਰਨ ਦਾ ਮਕਸਦ ਕੀ ਹੈ ਸਾਡਾ? ਇੰਟਰਫੇਰੈਂਸ ਘਟ ਜਾਏਗੀ। ਆਪਾਂ ਇੰਟਰਫੇਰੈਂਸ ਤਾਂ ਘਟਾਣੀ ਨਹੀਂ ਹੈ। ਇੰਟਰਫੇਰੈਂਸ ਘਟਾਉਣ ਦਾ ਤਾਂ ਆਪਾਂ ਤਰੀਕਾ ਪੜ੍ਹ ਲਿਆ ਹੋਇਆ ਹੈ ਆਲਰੇਡੀ ਕਿ D2R ਰੇਸ਼ੋ ਵਧਾ ਲਓ। ਇਹਦੇ ਨਾਲ ਕੀ ਹੋਣਾ? ਪਹਿਲਾਂ ਇਹਦੀ ਡੈਫੀਨੇਸ਼ਨ ਨੋਟ ਕਰ ਲਓ।
It is the process of subdividing a congested cell into smaller cells, each with its own base station and corresponding reduction in antenna height and transmitter power. Basically ਕੀ ਹੋ ਰਿਹਾ ਹੈ, ਮੰਨ ਲਓ ਮੇਰੇ ਕੋਲ ਇੱਕ ਸੈੱਲ ਸੀਗਾ, ਇਹ 1000 ਬੰਦੇ ਨੂੰ ਕਵਰ ਅਪ ਕਰ ਰਿਹਾ, ਮਤਲਬ ਇਹਦੇ ਕੋਲ ਜਿਹੜੇ ਚੈਨਲਸ ਹੈ ਉਹ 1000 ਬੰਦਿਆਂ ਜੋਗੇ ਆ, ਠੀਕ ਹੈ। ਬੰਦੇ ਆ ਗਏ, ਇਹਦੇ ਵਿੱਚ 200 ਐਡ ਹੋ ਗਏ। ਹੁਣ ਜਿਹੜੇ 200 ਬੰਦੇ ਐਡ ਹੋਏ ਆ ਉਹ ਮੰਨ ਲਓ ਇਸ ਏਰੀਆ ਦੇ ਵਿੱਚ ਹੈ। ਹੁਣ ਇਸ ਏਰੀਆ ਦੇ ਵਿੱਚ ਸਾਈਡ ਤੇ ਮੈਂ ਕੀ ਕੀਤਾ, ਇੱਕ ਨਵਾਂ ਸੈੱਲ ਇੰਟਰੋਡਿਊਸ ਕਰਤਾ ਜਿਹਨੂੰ ਮੈਂ ਮਾਈਕਰੋ ਸੈੱਲ ਦਾ ਨਾਮ ਦਿੱਤਾ। ਇਹਦੀ ਜਿਹੜੀ ਫ੍ਰੀਕੁਐਂਸੀ ਹੈ, ਜੇ ਮੇਰੀ ਵੱਡੇ ਸੈੱਲ ਦੀ ਫ੍ਰੀਕੁਐਂਸੀ ਸੀ A, ਮੈਂ ਇਹਦੀ ਸੈੱਲ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਰੱਖਾਂਗਾ ਜਿਹੜੇ ਬਾਕੀ ਸੈੱਲ ਦੇ ਵਿੱਚ ਹੋਣਗੇ। ਜਿੱਦਾਂ ਬਾਕੀ ਦੇ ਵਿੱਚ ਮੇਰਾ 7 ਸੈੱਲ ਦਾ ਕਲਸਟਰ ਹੈ, 7 ਸੈੱਲ ਵਿੱਚ A ਤੋਂ ਲੈ ਕੇ G ਤੱਕ ਹੈ ਮੇਰੇ ਕੋਲ ਫ੍ਰੀਕੁਐਂਸੀ, ਠੀਕ ਹੈ। ਮੈਂ E, F, G ਜਿਹੜੇ A ਤੋਂ ਦੂਰ ਹੈ, ਠੀਕ ਹੈ, ਉਹਨਾਂ ਨੂੰ ਮੈਂ ਯੂਜ਼ ਕਰਾਂਗਾ ਇਨ ਦਿਸ ਮਾਈਕਰੋ ਸੈੱਲ। ਉਸ ਫ੍ਰੀਕੁਐਂਸੀ ਨੂੰ E ਕਰ ਲਾਂਗਾ, F ਕਰ ਲਾਂਗਾ, G ਕਰ ਲਾਂਗਾ। ਉਹਦੇ ਨਾਲ ਕੀ ਹੋਏਗਾ, ਆਹ 1000 ਬੰਦਾ ਤਾਂ ਭੁਗਤ ਰਿਹਾ, ਇਹ ਫ੍ਰੀਕੁਐਂਸੀ ਜਿਹੜੀ ਆ ਉਹ 1000 ਬੰਦਾ ਭੁਗਤਾ ਰਹੀ ਹੈ। ਜਿੱਥੇ ਮੈਨੂੰ ਲੱਗਾ ਕਿ ਇੱਥੇ ਬੰਦੇ ਜ਼ਿਆਦਾ ਆ ਗਏ ਹੋਰ, ਜਾਂ ਇੱਥੇ ਇੱਕ ਇਹੋ ਜਿਹਾ ਪੁਆਇੰਟ ਹੈ, ਪਬਲਿਕ ਪਲੇਸ ਹੈ, ਜਿੱਥੇ ਰੋਜ਼ ਦੇ ਰੋਜ਼ ਬੰਦੇ ਆਉਂਦੇ ਆ ਤੇ ਉਹਨਾਂ ਨੂੰ ਫੋਨ ਚਲਾਉਣ ਦੀ ਲੋੜ ਪੈਂਦੀ ਹੈ ਉਸ ਏਰੀਆ ਵਿੱਚ, ਲਾਈਕ ਟੋਲ ਪਲਾਜ਼ਾ ਹੋ ਗਿਆ, ਜਾਂ ਕੋਈ ਮਾਲ ਹੋ ਗਿਆ, ਜਾਂ ਕੋਈ ਮੂਵੀ ਥੀਏਟਰ ਹੋ ਗਿਆ, ਜਾਂ ਕੋਈ ਏਦਾਂ ਦਾ ਅਮਿਊਜ਼ਮੈਂਟ ਪਾਰਕ ਹੋ ਗਿਆ, ਜਿੱਥੇ ਰੋਜ਼ ਦੇ ਰੋਜ਼ ਮਿਊਜ਼ੀਅਮ ਹੋ ਗਿਆ, ਜਿੱਥੇ ਰੋਜ਼ ਦੇ ਰੋਜ਼ 1000 ਬੰਦਾ ਆਉਂਦਾ ਤੇ ਸਾਨੂੰ ਪਤਾ ਨਹੀਂ ਉਹ ਕਿਹੜੇ ਸਰਵਿਸ ਦਾ ਹੋਣਾ, ਕਿਹੜਾ ਸਬਸਕ੍ਰਾਈਬਰ ਹੋਣਾ, ਏਅਰਟੈਲ ਵੀ ਹੋ ਸਕਦਾ, ਵੋਡਾਫੋਨ ਵੀ। ਆਪਾਂ ਉੱਥੇ ਸਾਨੂੰ ਲੋੜ ਪੈਣੀ ਹੈ, ਠੀਕ ਹੈ। ਫਿਰ ਉੱਥੇ ਆਪਾਂ ਇੱਕ ਡਿਫਰੈਂਟ ਫ੍ਰੀਕੁਐਂਸੀ ਵਾਲਾ ਇੱਕ ਸੈੱਲ ਲਗਾ ਦੇਣਾ, ਛੋਟਾ ਸੈੱਲ, ਤਾਂ ਕਿ ਉਹਦੀ ਕਵਰੇਜ, ਉਹਦੀ ਕਪੈਸਿਟੀ ਵਧਾ ਸਕੀਏ ਆਪਾਂ। 1000 ਯੂਜ਼ਰ A ਨੇ ਕਰ ਲੈਣਾ ਕਵਰ ਅਪ, 1000 ਯੂਜ਼ਰ ਜਿਹੜਾ ਆ ਉਹ E, F ਜਾਂ G ਜਿਹੜਾ ਵੀ ਆਪਾਂ ਯੂਜ਼ ਕਰਾਂਗੇ ਉਹਨੇ ਕਰ ਲੈਣਾ। ਮਤਲਬ 1000 ਤੋਂ ਸਿੱਧੀ ਜਿਹੜੀ ਕਪੈਸਿਟੀ ਹੋ ਗਈ 2000। Is it clear? ਹਾਂਜੀ ਸਰ। And that process is known as cell splitting. Subdividing a congested cell. Congested cell ਹੁੰਦਾ ਹੈ ਕਿ ਜਿੱਥੇ ਰਸ਼ ਜ਼ਿਆਦਾ ਪੈ ਗਿਆ ਹੋਵੇ, ਉਸ congested cell ਨੂੰ ਆਪਾਂ subdivide ਕਰ ਦੇਣਾ into a smaller cells with its own base station. ਜਿਹੜਾ ਆਪਾਂ smaller cell ਲੈ ਕੇ ਆਣਾ ਉਹਦਾ ਆਪਣਾ ਹੀ base station ਹੋਏਗਾ, ਜਿਹੜਾ ਕਿ ਜਿਹਦਾ ਐਂਟੀਨਾ ਹਾਈਟ ਵੀ ਘੱਟ ਹੋਏਗੀ ਤੇ ਪਾਵਰ ਵੀ ਘੱਟ ਹੋਏਗੀ। ਮਤਲਬ ਆਪਾਂ ਇਹ ਨਹੀਂ ਕਿ ਐਸੇ ਰੇਂਜ ਦਾ ਲਿਆਣਾ, ਜਿੰਨਾ A ਕਵਰ ਕਰ ਰਿਹਾ ਸੀ ਉਹਨਾਂ ਨਹੀਂ ਕਰਵਾਉਣਾ, ਉਹਦਾ ਹਾਫ ਕਰਵਾਉਣਾ, ਸਿਰਫ ਉਹਨਾਂ ਕੁ ਕਰਵਾਉਣਾ ਕਿ ਇੰਟਰਫੇਰੈਂਸ ਵੀ ਨਾ ਹੋ ਪਾਵੇ ਦੂਜੇ ਨਾਲ, ਠੀਕ ਹੈ, ਤੇ ਇਹਦਾ ਜਿਹੜਾ ਸੋਲੂਸ਼ਨ ਹੈ, ਕਪੈਸਿਟੀ ਘਟ ਗਈ ਸੀ ਉਹ ਵੀ ਵੱਧ ਸਕੇ। So it increases the capacity of the cellular system since it increases the number of times that channels are used. Basically ਇਹ frequency reuse ਦਾ ਹੀ concept ਹੈ, ਪਰ ਇਹਦੀ planning ਕੀਤੀ ਜਾਂਦੀ ਹੈ ਕਿ ਕਿਹੜਾ ਸੈੱਲ ਜਿਹੜਾ ਹੈ ਉਹ use ਕਰਾਂਗੇ ਆਪਾਂ ਇਹਦੇ ਵਿੱਚ, A ਦੇ ਵਿੱਚ। ਤਾਂ ਇਹ ਜਿੱਦਾਂ planning ਕੀਤੀ ਹੋਈ ਹੈ ਇਹਦੇ ਵਿੱਚ ਦੇਖੋ, ਹੁਣ ਆਪਾਂ ਮੈਂ ਤੁਹਾਨੂੰ ਦਿਖਾਣਾ, ਜਿਹੜਾ A ਸੈੱਲ ਹੈ, this is A ਸੈੱਲ, ਉਹਦੇ ਨਾਲ ਦੋ ਛੋਟੇ ਛੋਟੇ ਸੈੱਲ ਲਗਾਤੇ E ਤੇ F। ਹੁਣ E ਤੇ F ਜਿਹੜਾ ਆ ਉਹ ਇੰਨੀ ਕਵਰੇਜ ਪ੍ਰੋਵਾਈਡ ਕਰ ਰਹੇ ਸਰ। ਜੇ ਬਾਕੀ E ਤੇ F ਦੇਖੀਏ, ਇੱਧਰ F ਹੈ ਤੇ ਇੱਧਰ E ਹੈ, ਇਹਦੇ ਨਾਲ ਕੋਈ ਇਹਦਾ ਲੈਣਾ ਦੇਣਾ ਨਹੀਂ ਹੈ, ਠੀਕ ਹੈ। ਮਤਲਬ ਇਹਨਾਂ ਨਾਲ ਇੰਟਰਫੇਰੈਂਸ ਨਹੀਂ ਹੋਏਗੀ। ਕਿਉਂ ਨਹੀਂ ਹੋਏਗੀ? ਬਿਕੋਜ਼ ਇਹਦੀ ਪਾਵਰ ਆਪਾਂ ਬਹੁਤ ਘੱਟ ਰੱਖੀ ਹੈ, ਵੈਰੀ ਲੈਸ ਪਾਵਰ ਹੈ। ਜੇ ਪਾਵਰ ਲੈਸ ਹੋਏਗੀ ਉਹ ਸਿਰਫ ਇੰਨਾ ਏਰੀਆ ਕਵਰ ਕਰ ਪਾਏਗੀ, ਦੈਟਸ ਇਟ। ਤੇ ਉਹਦੀ ਜਿਹੜੀ ਫ੍ਰੀਕੁਐਂਸੀ F ਦੀ ਉਹ ਪੂਰੀ ਦੀ ਪੂਰੀ ਰੀਯੂਜ਼ ਹੋ ਰਹੀ ਹੈ ਇੱਥੇ, E ਦੀ ਜਿਹੜੀ ਫ੍ਰੀਕੁਐਂਸੀ ਪੂਰੀ ਦੀ ਪੂਰੀ ਯੂਜ਼ ਹੋ ਰਹੀ ਹੈ ਇੱਥੇ। That means ਆਪਾਂ ਚੈਨਲ ਕਪੈਸਿਟੀ ਨੂੰ 2 ਟਾਈਮਸ ਜ਼ਿਆਦਾ ਕਰ ਸਕਦੇ ਹਾਂ, 3 ਟਾਈਮਸ ਜ਼ਿਆਦਾ ਕਰ ਸਕਦੇ ਐਸ ਪਰ ਆਵਰ ਡਿਮਾਂਡ। ਏਦਾਂ ਹੀ ਆਹ ਵਾਲਾ ਸੈੱਲ ਜਿਹੜਾ ਆ ਇਹਦੇ ਵਿੱਚ ਦੋ ਆਪਾਂ ਛੋਟੇ ਛੋਟੇ ਮਾਈਕਰੋ ਸੈੱਲ ਲਾਤੇ C ਤੇ D, ਇਹਦੇ ਵਿੱਚ ਲਾਤੇ B ਤੇ G। ਆਪਾਂ ਉਹ ਵਾਲੇ ਐਲੋਕੇਸ਼ਨ ਕਰਨੀ ਹੈ ਫ੍ਰੀਕੁਐਂਸੀ ਦੀ ਜਿਹੜੀ ਇੰਟਰਫੇਰੈਂਸ ਨਾ ਕਰ ਪਾਵੇ ਉਹਦੇ ਵਿੱਚ, ਠੀਕ ਹੈ। ਤੇ ਉਹਦੇ ਨਾਲ ਦਾ ਜਿਹੜਾ ਕੋ ਚੈਨਲ ਆ ਉਹਦੇ ਤੋਂ ਦੂਰ ਹੀ ਹੋਵੇਗਾ, ਤਾਂ ਕਿ ਇੱਕ ਦੂਜੇ ਤੋਂ ਕੋ ਚੈਨਲ ਇੰਟਰਫੇਰੈਂਸ ਵੀ ਨਾ ਪ੍ਰੋਵਾਈਡ ਕਰ। Is it clear? Yes, sir. ਹੁਣ ਇਹਦੇ ਵਿੱਚ ਹੋਰ ਕੀ ਦਿੱਤਾ, by defining a new cells which have a smaller radius than the original cells and by installing these smaller cells which is known as micro cells. ਇਹਨਾਂ ਛੋਟੇ cells ਨੂੰ ਆਪਾਂ micro cells ਕਹਿੰਦੇ ਆ। Between the existing cell the capacity increases due to the additional number of channels per unit area. ਹੁਣ ਉਹੀ ਚੀਜ਼ ਕਿਹਾ ਕਿ ਜਦੋਂ ਆਪਾਂ ਨਵੇਂ cells ਨੂੰ define ਕਰਦੇ ਆ ਜਿਹਦਾ radius ਘੱਟ ਹੁੰਦਾ ਹੈ rather than the original cell, and these cells are known as micro cells. ਐਗਜ਼ਿਸਟਿੰਗ ਸੈੱਲਸ ਦੇ ਵਿੱਚ ਇਹਨਾਂ ਨੂੰ ਪਾਇਆ ਜਾਂਦਾ, ਇਹ ਨਹੀਂ ਕਿ ਇਹਨਾਂ ਲਈ ਵੱਖਰਾ ਇੱਕ ਪੈਟਰਨ ਬਣਾਇਆ ਜਾਂਦਾ ਹਨੀਕੋਮ ਦਾ, ਜਿਹੜੇ ਆਲਰੇਡੀ ਪੈਟਰਨ ਬਣਿਆ ਹੋਇਆ ਉਹਦੇ ਵਿੱਚ ਹੀ ਇਹਨੂੰ ਐਡ ਅਪ ਕੀਤਾ ਜਾਂਦਾ, ਸਬ ਡਿਵਾਈਡ ਕੀਤਾ ਜਾਂਦਾ, ਸਪਲਿਟ ਹੋ ਗਿਆ, ਠੀਕ ਹੈ।
ਉਹਦੇ ਨਾਲ ਕੀ ਹੋਏਗਾ, ਤਾਂ ਕੈਪੈਸਿਟੀ ਇੰਕਰੀਜ਼ਸ ਡਿਊ ਟੂ ਦ ਐਡੀਸ਼ਨਲ ਨੰਬਰ ਆਫ ਚੈਨਲਸ ਪਰ ਯੂਨਿਟ ਏਰੀਆ ਉਨਾ ਹੀ ਰਹੇਗਾ, ਠੀਕ ਹੈ, ਪਰ ਉਹਦੀ ਕੈਪੈਸਿਟੀ ਜਿਹੜੀ ਹੈ ਚੈਨਲ ਕੈਪੈਸਿਟੀ ਉਹ ਵੱਧ ਜਾਏਗੀ, ਠੀਕ ਹੈ, ਬਿਟਵੀਨ ਦੈਟ ਏਰੀਆ। ਦਿਸ ਇਜ਼ ਦਾ ਡਾਇਗਰਾਮ, ਇਹ ਤੁਸੀਂ ਬਣਾ ਲੈਣਾ ਸਾਰਿਆਂ ਨੇ, ਮੈਂ ਤੁਹਾਨੂੰ ਇਹ ਵੀ ਭੇਜ ਦਾਂਗਾ, ਨੋਟਸ ਭੇਜ ਦਾਂਗਾ ਇਹਦੇ। ਉਸ ਤੋਂ ਬਾਅਦ ਇਹਦੇ ਬਾਰੇ ਹੋਰ ਥੋੜਾ ਦਿੱਤਾ ਹੋਇਆ। ਹੁਣ ਦੇਖੋ ਸੈਲ ਸਪਲਿਟਿੰਗ ਦਾ ਜਿਹੜਾ ਟੌਪਿਕ ਹੈ ਨਾ 5 ਨੰਬਰ ਦਾ ਇਕੱਲਾ ਹੀ ਆ ਜਾਂਦਾ। ਤੁਹਾਨੂੰ ਅੱਗੇ ਦੱਸਿਆ ਜੇ ਇਕੱਠਾ ਆਏਗਾ ਇੰਪਰੂਵਿੰਗ ਕੈਪੈਸਿਟੀ ਐਂਡ ਕਵਰੇਜ ਤਾਂ ਆਪਾਂ ਸਾਰਾ ਕੁਝ ਲਿਖਾਂਗੇ, ਜੇ ਕੱਲਾ ਕੱਲਾ ਆਏਗਾ ਤਾਂ 5-5 ਮਾਰਕਸ ਦਾ ਆਏਗਾ। ਸੈਲ ਸਪਲਿਟਿੰਗ ਅਲੱਗ ਆਏਗਾ, ਸੈਲ ਸੈਕਟਰਿੰਗ ਅਲੱਗ ਆਏਗਾ ਤੇ ਰਿਪੀਟਰਸ ਅਲੱਗ ਆਏਗਾ, ਠੀਕ ਹੈ। ਸੋ 5 ਨੰਬਰ ਦਾ ਮਟੀਰੀਅਲ ਆਪਾਂ ਨੂੰ ਜਸਟੀਫਾਈ ਕਰਨਾ ਪੈਣਾ, ਉਹਦੇ ਅਕੋਰਡਿੰਗਲੀ ਮੈਂ ਲਿਖਿਆ ਹੋਇਆ। ਇਹਦੇ ਵਿੱਚ ਡਾਇਗਰਾਮ ਨੂੰ ਸਮਝਾਇਆ ਗਿਆ। Imagine if every cell in the figure were reduced in such a way that the radius of every cell was cut in half। ਉਹਨਾਂ ਨੇ ਕਿਹਾ ਕਿ ਜਿਹੜਾ ਆਪਾਂ ਇਹਦੇ ਵਿੱਚ ਪਲੈਨਿੰਗ ਕਰਦੇ ਆ ਨਵੇਂ ਸੈੱਲ ਨੂੰ ਐਡ ਕਰਨ ਦੀ, ਉਹਨੂੰ ਆਪਾਂ ਹਾਫ ਕੱਟ ਕੀਤਾ ਹੋਇਆ, ਠੀਕ ਹੈ। ਮਤਲਬ ਆਪਾਂ ਜਿਹੜਾ ਸੈੱਲ ਇਹਦੇ ਵਿੱਚ ਆਹ ਵਾਲੇ ਜਨਰੇਟ ਕੀਤੇ ਆ, these are half in the radius rather than this। ਮਤਲਬ ਸਾਡੇ ਕੋਲ ਇੱਥੋਂ ਦੀ ਇੱਥੇ ਤੱਕ ਰੇਡੀਅਸ ਹੈ r, ਤੇ ਇੱਥੋਂ ਦੀ ਜਿਹੜਾ ਇੱਥੇ ਤੱਕ ਰੇਡੀਅਸ ਹੋਏਗਾ that is r/2, ਠੀਕ ਹੈ। half in the radius ਹੋਣਾ ਚਾਹੀਦਾ। In order to cover the entire surface area with smaller cells, approximately 4 times as many cells would be required। ਹੁਣ ਜੇ ਆਪਾਂ ਪੂਰਾ ਸੈੱਲ ਨੂੰ ਕਵਰ ਕਰਨਾ ਹੈ ਨਵੇਂ ਸੈੱਲਾਂ ਦੇ ਨਾਲ, ਛੋਟੇ ਨਾਲ, ਤੇ ਸਾਨੂੰ 4 ਸੈੱਲਸ ਦੀ ਲੋੜ ਪੈਣੀ ਹੈ ਇਹਦੇ ਵਿੱਚ। It will work like that, ਠੀਕ ਹੈ। ਸਾਨੂੰ 4 ਸੈੱਲਸ ਦੀ ਲੋੜ ਪਏਗੀ ਕਵਰ ਅਪ ਕਰਨ ਲਈ, ਤੇ ਉਹ ਉਹੀ ਚੀਜ਼ ਉਹ ਕਹਿ ਰਹੇ ਆ ਕਿ ਇੰਨਾ ਕੁ ਰੇਡੀਅਸ ਰੱਖਣਾ ਕਿ ਸਾਨੂੰ 4 ਸੈੱਲ ਦੀ ਲੋੜ ਪਵੇ ਇੰਟਾਇਰ ਕਵਰੇਜ ਦੇਣ ਦੇ ਲਈ। This can be easily shown by considering a circle with radius r। The area covered by such a circle is 4 times as large as the covered by the circle with radius r/2। r/2 radius ਜਿਹਦਾ ਹੋਏਗਾ ਉਹਨੂੰ 4 times cells add ਕਰਨੇ ਪੈਣੇ ਆ to cover the radius r। The increased number of cell would increase the number of cluster over the coverage region, which in turn would increase the number of channels and thus capacity in the coverage area। It allows a system to grow by replacing large cell with smaller cells while not upsetting the channel allocation scheme required to maintain the minimum co-channel reuse ratio between co-channel cells। ਆ ਉਹਨਾਂ ਸਾਰੀ ਸਮਰੀ ਕੀ ਹੈ ਇਹਨਾਂ ਦੀ, ਉਹੀ ਚੀਜ਼ ਕਹਿ ਰਹੇ ਆ ਕਿ ਆਪਾਂ ਜਿਹੜਾ ਵੱਡਾ ਸੈੱਲ ਆ ਉਹਦਾ ਰੇਡੀਅਸ r ਲੈ ਰਹੇ ਆ, ਤਾਂ ਛੋਟੇ ਸੈੱਲਾਂ ਦਾ ਰੇਡੀਅਸ ਆਪਾਂ r/2 ਲੈਣਾ, ਜਿਹੜਾ ਕਿ 4 ਸੈੱਲਸ ਦੇ ਨਾਲ ਕਵਰ ਹੋਏਗਾ ਇੰਟਾਇਰ ਏਰੀਆ। ਇਦਾਂ ਕਿਉਂ ਕਰ ਰਹੇ ਆ? ਟੂ increase the number of cluster over the coverage region, which would increase the number of channels। ਆਪਾਂ ਕੈਪੈਸਿਟੀ ਵਧਾਣੀ ਆ, ਉਹੀ ਲਾਈਨ ਦਿੱਤੀ ਆ। ਫਿਰ ਉਹ ਕਹਿ ਰਹੇ ਆ ਕਿ ਆਪਾਂ ਜਿਹੜੇ ਛੋਟੇ ਸੈੱਲ ਐਡ ਕਰ ਰਹੇ ਆ that will not upset the channel allocation scheme। ਉਹ ਕੋਈ ਚੈਨਲ ਐਲੋਕੇਸ਼ਨ ਸਕੀਮ ਨੂੰ ਅਪਸੈਟ ਨਹੀਂ ਕਰੇਗਾ। that means ਕੋਈ ਕਿਸੇ ਤਰ੍ਹਾਂ ਦੀ ਕੋ ਚੈਨਲ ਇੰਟਰਫੇਰੈਂਸ ਨਹੀਂ ਆਉਣ ਦੇਗਾ। ਆਪਾਂ ਪਲੈਨਿੰਗ ਏਦਾਂ ਕਰਨੀ ਹੈ, ਤੇ ਜਿਹੜੀ ਕੋ ਚੈਨਲ ਰੀਯੂਜ਼ ਰੇਸ਼ੋ ਹੈ, ਜਿਹੜੀ ਆਪਾਂ D2R ਕਹਿੰਦੇ ਆ ਬਿਟਵੀਨ ਦਾ ਕੋ ਚੈਨਲ ਸੈਲਸ, ਉਹ ਮੇਨਟੇਨ ਰਹੇਗੀ ਹਰ ਟਾਈਮ। ਉਹ ਮੇਨਟੇਨ ਰਹੇਗੀ ਤਾਂ ਉਹਦੇ ਨਾਲ ਜਿਹੜੀ ਇੰਟਰਫੇਰੈਂਸ ਹੈ ਉਹ ਵੀ ਵਧੇਗੀ ਨਹੀਂ, ਉਨੀ ਦੀ ਉਨੀ ਰਹੇਗੀ ਜਿੰਨੀ ਆਲਰੇਡੀ ਪਹਿਲਾਂ ਸੀ। ਸੋ ਦਿਸ ਵਾਸ ਸੈਲ ਸਪਲਿਟਿੰਗ, ਠੀਕ ਹੈ। ਇਹਦੇ ਵਿੱਚ ਆਹ ਚੀਜ਼ ਬਾਰੇ ਰਹਿਣ ਦੋ, ਉਹੀ ਚੀਜ਼ ਹੈ ਸਮਝਾਈ ਹੋਈ ਹੈ। ਹਾਂਜੀ ਮਾਨਾ। ਸਰ ਜਿਹੜੇ ਸਬ ਡਿਵਾਈਡਡ ਸੈਲਸ ਆ ਇਹਨਾਂ ਦੇ ਵਿੱਚ ਆਪਣੇ ਆਪਣੇ ਬੇਸ ਸਟੇਸ਼ਨ ਹੁੰਦੇ ਆ ਜਾਂ ਮੇਨ ਬੇਸ ਸਟੇਸ਼ਨ ਦੇ ਨਾਲ ਹੀ ਕਨੈਕਟ ਹੁੰਦੇ? ਨਹੀਂ, ਆਪਣੇ ਆਪਣੇ ਹੋਣਗੇ। ਜਿੱਦਾਂ E ਤੇ F ਹੈ, ਇਹ ਅਲੱਗ ਲਾਏ ਆਪਾਂ ਛੋਟੇ ਬੇਸ ਸਟੇਸ਼ਨ, ਜਿਹਦਾ ਟਰਾਂਸਮਿਟਿੰਗ ਪਾਵਰ ਵੀ ਘੱਟ ਹੋਏਗੀ, ਐਂਟੀਨਾ ਹਾਈਟ ਵੀ ਘੱਟ ਹੋਏਗੀ। ਅੱਛਾ, ਅਲੱਗ ਅਲੱਗ ਹੋ ਗਏ ਛੋਟੇ ਡਿਵਾਈਡਡ ਦੇ। ਹਾਂ, ਅਲੱਗ ਅਲੱਗ। ਹੁਣ ਮੰਨ ਲਓ ਆ ਇੱਕ ਏਰੀਆ, ਇੱਥੇ ਪੈਂਦਾ ਟੋਲ ਪਲਾਜ਼ਾ, ਆ ਏਰੀਆ 'ਚ ਟੋਲ ਪਲਾਜ਼ਾ, ਠੀਕ ਹੈ। ਅਦਰਵਾਈਜ਼ ਇਸ ਏਰੀਆ ਦੇ ਵਿੱਚ ਜਿਹੜੀ ਫ੍ਰੀਕੁਐਂਸੀ ਦਿੱਤੀ ਗਈ ਹੈ, ਆਲੇ ਦੁਆਲੇ ਪਿੰਡ ਮਿਲਾ ਕੇ, ਇੱਥੇ ਥੋੜੇ ਬਹੁਤੇ ਪਿੰਡ ਹੈਗੇ, ਮੰਨ ਲਓ ਇੱਧਰ ਵੀ ਘਰ ਹੈਗੇ ਆ ਜਾਂ ਯੂਜ਼ਰਸ ਰਹਿ ਰਹੇ ਆ, ਠੀਕ ਹੈ। ਹੁਣ ਇੱਥੇ ਨਾਰਮਲ 100 ਬੰਦਿਆਂ ਦੇ ਚੈਨਲ ਦਿੱਤੇ ਹੋਏ ਕਿ ਇਸ ਏਰੀਆ ਵਿੱਚ 100 ਚੈਨਲਸ ਐਲੋਕੇਟ ਕੀਤੇ ਜਾ ਸਕਦੇ, ਪਰ ਕਈ ਵਾਰ ਸੈਚਰਡੇ ਸੰਡੇ ਇੱਥੇ ਰਸ਼ ਪੈ ਜਾਂਦਾ, ਜਿਹੜੇ ਟੋਲ ਪਲਾਜ਼ਾ ਤੇ, ਜਾਂ ਹਰ ਟਾਈਮ ਹੀ ਰਸ਼ ਰਹਿੰਦਾ, ਕਹ ਲਓ ਕਿ ਬਹੁਤ ਮੇਨ ਹੈ ਤੇ ਇੱਥੇ ਰਸ਼ ਰਹਿਣਾ ਹੀ ਰਹਿਣਾ। ਹੁਣ 100 ਚੈਨਲਸ ਤਾਂ ਉਹ ਯੂਜ਼ਰ ਕੈਪੈਸਿਟੀ ਹੈ, ਜਿਹੜੇ ਉੱਥੇ ਦੇ ਯੂਜ਼ਰ ਰਹਿ ਰਹੇ ਉਹਨਾਂ ਲਈ ਸੀਗੇ। ਜਦੋਂ ਇੱਥੇ ਨਵੇਂ ਬੰਦੇ ਆਣਗੇ, ਐਡ ਹੋਣਗੇ, ਮੰਨ ਲਓ ਏਅਰਟੈਲ ਦਾ, ਤੇ ਏਅਰਟੈਲ ਦੇ ਇੱਥੇ 70 ਬੰਦੇ ਹੋਰ ਆ ਗਏ। ਹੁਣ 70 ਬੰਦੇ ਆ ਗਏ ਤਾਂ ਉਹਨਾਂ ਕੋਲ ਤਾਂ 100 ਚੈਨਲ ਸੀਗਾ ਜਿਹੜਾ ਯੂਜ਼ਰਸ ਲਈ ਸੀ, ਉਹ 70 ਬੰਦਿਆਂ ਨੂੰ ਕਵਰ ਅਪ ਨਹੀਂ ਕਰ ਪਾਏਗਾ। ਦੈਟ ਮੀਨਸ ਉੱਥੇ ਕਾਲ ਜ਼ਿਆਦਾ ਘੱਟ ਹੋਏਗੀ, ਠੀਕ ਹੈ। ਜਿਹੜੇ ਪਹਿਲਾਂ 70 ਨੇ ਕਾਲ ਕਰ ਲਈ ਉਹਨਾਂ ਨੂੰ ਕਵਰੇਜ ਮਿਲ ਜਾਏਗੀ, ਕਾਲਿੰਗ ਮਿਲ ਜਾਏਗੀ, ਬਾਕੀਆਂ ਨੂੰ ਬਿਜ਼ੀ ਜਾਏਗਾ, ਮਤਲਬ ਕਾਲ ਡ੍ਰੌਪ ਹੁੰਦੀ ਰਹੇਗੀ। ਉਹਨੂੰ ਕਵਰ ਅਪ ਕਰਨ ਲਈ ਕਈ ਵਾਰ ਦੇਖਿਆ ਹੋਣਾ ਤੁਸੀਂ, ਉੱਥੇ ਨਾ ਛੋਟੇ ਛੋਟੇ ਹੌਟਸਪੌਟ ਲੱਗੇ ਹੁੰਦੇ ਆ ਆਲੇ ਦੁਆਲੇ ਨਾ, ਛੋਟੇ ਛੋਟੇ। ਕਈ ਵਾਰ ਛੋਟਾ ਜਿਹਾ ਟਰੱਕ ਲਾ ਕੇ ਰੱਖ ਦਿੰਦੇ ਇੱਕ
ਸਾਈਡ ਜੇ ਤੇ ਟਰੱਕ ਦਾ ਬੈਕ ਸਾਈਡ ਹੁੰਦੀ ਨਾ ਜਿਹੜੀ, ਉਹਦੇ ਤੇ ਬੇਸ ਸਟੇਸ਼ਨ ਲੱਗਾ ਹੁੰਦਾ, ਉਹਨੂੰ ਟੈਂਪਰੇਰੀ ਟਾਈਪ ਆਫ ਇੰਸਟਾਲ ਕੀਤਾ ਜਾਂਦਾ। ਟੈਂਪਰੇਰੀ ਮੀਨਸ ਕਿ ਜਦੋਂ ਸਾਨੂੰ ਲੋਡ ਹੈ ਉਦੋਂ ਉੱਥੇ ਰੱਖਤਾ, ਵੈਸੇ ਤਾਂ ਉੱਥੇ ਹੀ ਰਹਿੰਦਾ, ਪਰ ਜਦੋਂ ਉਹਨੂੰ ਉੱਥੇ ਦੀ ਲੋਡ ਨਹੀਂ ਹੈ ਜਾਂ ਟੋਲ ਪਲਾਜ਼ਾ ਬੰਦ ਹੋ ਜਾਂਦਾ ਜਾਂ ਕੁਛ ਹੈ, ਉਹਨੂੰ ਉੱਥੋਂ ਦੀ ਲੈ ਜਾਂਦੇ ਆ। ਮਤਲਬ ਇਟ ਇਜ਼ ਔਨ ਦਾ ਟੈਂਪਰੇਰੀ ਬੇਸ, ਪੱਕਾ ਨਹੀਂ ਕਰਦੇ। ਉਹਨੂੰ ਆਪਾਂ ਹੌਟਸਪੌਟ ਕਹਿੰਦੇ ਆ। ਉਹਦੀ ਜਿਹੜੀ ਫ੍ਰੀਕੁਐਂਸੀ ਹੈ ਨਾ, ਉਹ ਆਪਾਂ ਇਸ ਮੇਨ ਫ੍ਰੀਕੁਐਂਸੀ ਤੋਂ ਵੱਖਰਾ ਰੱਖਦੇ ਆ। ਜਿੱਦਾਂ ਇਹਦੀ ਫ੍ਰੀਕੁਐਂਸੀ A ਹੈ ਤੇ ਇਹਦੀ ਫ੍ਰੀਕੁਐਂਸੀ ਆਪਾਂ D ਜਾਂ E ਰੱਖਾਂਗੇ, ਤਾਂ ਕਿ ਇਹਨਾਂ ਦੋਨਾਂ 'ਚ ਇੰਟਰਫੇਰੈਂਸ ਵੀ ਨਾ ਆ ਸਕੇ ਤੇ ਨਵੇਂ 100 ਚੈਨਲ ਐਡ ਹੋ ਜਾਣ। D ਦੇ ਆਪਣੇ 100 ਹੁੰਦੇ ਆ, ਉਹ 100 ਦੇ 100 ਐਡ ਹੋ ਜਾਣ ਤੇ ਉਹ ਇਹਨੂੰ ਕਵਰੇਜ ਦੇ ਸਕਣ ਇਸ ਏਰੀਆ ਨੂੰ। ਠੀਕ ਹੈ, ਓਕੇ ਸਰ। ਓਕੇ ਸਰ। ਮਤਲਬ ਲਾਣਾ ਉੱਥੇ ਹੀ ਹੈ ਜਿੱਥੇ ਲੋਡ ਆ। ਹਰ ਵਾਰੀ ਸੈਲ ਸਪਲਿਟਿੰਗ ਦੀ ਲੋੜ ਨਹੀਂ ਪੈਂਦੀ। ਠੀਕ ਹੈ, ਅਨਨੈਸੈਸਰੀ ਸੈਲ ਸਪਲਿਟਿੰਗ ਕਰਨ ਦੀ ਲੋੜ ਨਹੀਂ ਹੈ ਕਿ ਆਪਾਂ ਲਾ ਕੇ ਰੱਖ ਦਿੰਦੇ ਆ ਸਾਡਾ ਕੀ ਚੈਨਲ ਕਪੈਸਿਟੀ ਵੱਧ ਜੂਗੀ। ਐਦਾਂ ਨਹੀਂ ਕਰੀਦਾ, ਜਿੱਥੇ ਲੋਡ ਆ ਉੱਥੇ ਹੀ ਲਾਣਾ, ਤਾਂ ਕਿ ਕੋਈ ਜਿਹੜਾ ਪੈਟਰਨ ਆ ਉਹਦੇ ਵਿੱਚ ਖਰਾਬੀ ਨਾ ਆਵੇ। ਬਿਕੋਜ਼ ਬਹੁਤ ਸੈਂਸਿਟਿਵ ਨੈਟਵਰਕ ਹੁੰਦਾ ਹੈ, ਪਤਾ ਨਹੀਂ ਕਿੱਥੋਂ ਇੰਟਰਫੇਰੈਂਸ ਆ ਜਾਂਦੀ ਹੈ, ਚਾਰੋਂ ਪਾਸਿਓਂ ਫ੍ਰੀਕੁਐਂਸੀ ਘੁੰਮਦੀ ਹੈ। ਸੋ ਲਾਣਾ ਉੱਥੇ ਜਿੱਥੇ ਲੋਡ ਆ, ਤੇ ਲਾਣਾ ਵੀ ਪੈਟਰਨ ਦੇ ਹਿਸਾਬ ਨਾਲ ਕਿ ਕੋ ਚੈਨਲ ਇੰਟਰਫੇਰੈਂਸ ਨਾ ਆਵੇ। ਠੀਕ ਹੈ, ਹੁਣ ਇਹਦੇ ਵਿੱਚ ਵੀ ਇਹੀ ਚੀਜ਼ Okay. ਦਿੱਤੀ ਹੋਈ ਹੈ ਕਿ ਮੈਂ ਪੜ੍ਹ ਕੇ ਦੱਸ ਦਿੰਦਾ, ਇਹਨੂੰ ਤੁਸੀਂ ਨੋਟ ਨਾ ਕਰਿਓ, ਵੈਸੇ ਇਹ ਤੁਸੀਂ ਉੱਥੇ ਵੀ ਨਾ ਕਰਿਓ ਜਦੋਂ ਮੈਂ ਭੇਜਾਂਗਾ ਨੋਟਸ। An example of cell splitting is shown in figure in which the base station are placed at the corner of the cells and the area served by base station A is assumed to be saturated with traffic। ਹੁਣ ਉਹਨਾਂ ਨੇ ਕਿਹਾ A station ਜਿਹੜਾ ਸੀਗਾ base station, ਉਹ ਟ੍ਰੈਫਿਕ ਨਾਲ ਸੈਚੂਰੇਟਡ ਹੋ ਚੁੱਕਾ, ਮਤਲਬ ਉਹ ਜਿਹੜੀ ਉਹਦੀ ਐਕਸੈਪਟੇਬਲ ਰੇਟ ਸੀਗਾ ਕਾਲ ਬਲੌਕਿੰਗ ਦਾ, ਉਹਦੇ ਤੋਂ ਜ਼ਿਆਦਾ ਕਾਲ ਜਿਹੜੀਆਂ ਬਲੌਕ ਹੋ ਰਹੀਆਂ। ਫਿਰ ਉੱਥੇ ਨਿਊ ਬੇਸ ਸਟੇਸ਼ਨਸ ਆਰ therefore needed in the region to increase the number of channels in the area to reduce the area served by the single base station। ਉੱਥੇ ਨਵੇਂ ਬੇਸ ਸਟੇਸ਼ਨ ਦੀ ਲੋਡ ਪੈ ਗਈ to increase the number of channels। ਠੀਕ ਹੈ, note that in figure the original base station A has been surrounded by 6 new micro cells। ਹੁਣ ਇਹਨਾਂ ਨੇ ਇੱਥੇ ਦਿਖਾਇਆ ਹੋਇਆ ਕਿ ਜਿਹੜਾ A area, this is the A ਏਰੀਆ ਦੇ ਸਰਾਊਂਡਿੰਗ 6 ਆਪਾਂ ਨਵੇਂ ਸੈਲਸ ਇੰਟਰੋਡਿਊਸ ਕਰਤੇ, ਜਿਹਦਾ A ਦੇ ਨਾਲੋਂ ਵੱਖਰੀ ਫ੍ਰੀਕੁਐਂਸੀ ਹੈ। ਦੇਖੋ B ਵੀ ਹੈਗੀ ਹੈ, C ਵੀ ਹੈਗੀ, D ਵੀ ਹੈਗੀ, E ਵੀ ਹੈਗੀ, F ਵੀ ਹੈਗੀ ਤੇ G ਵੀ ਹੈਗੀ। A ਦੇ ਨਾਲ ਇੰਟਰਫੇਰੈਂਸ ਕਿਸੇ ਦੀ ਨਹੀਂ ਹੋਏਗੀ। ਠੀਕ ਹੈ, ਏਦਾਂ ਦੀ ਅਪਰੋਚ ਰੱਖਣੀ ਹੈ। The smaller cells were added in such a way as to preserve the frequency reuse plan of the system। For example, the micro cell base station labeled G was placed halfway between two larger stations utilizing the same channel set G। ਹੁਣ ਉਹ ਕਹਿੰਦੇ ਇੱਕ ਐਗਜ਼ਾਮਪਲ ਦਿੱਤੀ ਹੈ, ਜਿਹੜਾ G ਹੈ ਉਹਦੀ ਜਿਹੜੀ ਪਲੇਸਮੈਂਟ ਹੋਏਗੀ ਉਹ ਇਦਾਂ ਦੀ ਹੋਏਗੀ ਕਿ G ਦੂਜਾ ਉਹਦਾ ਕੋ ਚੈਨਲ ਸੈੱਲ ਜਿਹੜਾ ਹੈ ਉਹਦੇ ਤੋਂ ਸੈਪਰੇਟ ਹੋਏਗਾ, ਉਹਦੇ ਵਿੱਚ 2 ਸੈੱਲ ਹੋਰ ਪੈਣਗੇ D ਤੇ C, ਤਾਂ ਕਿ ਇੰਟਰਫੇਰੈਂਸ ਨਾ ਆ ਸਕੇ। ਠੀਕ ਹੈ, तो G ਦਾ G ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੋਏਗਾ ਜੇ ਮੈਂ ਇੰਟਰੋਡਿਊਸ ਕਰ ਵੀ ਦਵਾਂਗਾ। ਠੀਕ ਹੈ ਜੀ, ਸੋ ਦੈਟ ਇਜ਼ ਦਾ ਸੈਲ ਸਪਲਿਟਿੰਗ। ਅਗਲਾ ਜਿਹੜਾ ਆਪਾਂ ਪੜਾਂਗੇ, ਪਹਿਲਾਂ ਦੀਆਂ ਕੁਝ ਲਿਮਿਟੇਸ਼ਨਸ ਆ ਵੀ ਨੋਟ ਕਰ ਲਓ ਕਿ ਇਹਦੀ ਸਭ ਤੋਂ ਵੱਡੀ ਲਿਮਿਟੇਸ਼ਨ ਹੈ, ਜਦੋਂ ਮੈਂ ਇੱਕ ਸੈੱਲ ਹੈ, ਇਸ ਸੈੱਲ ਦੇ ਵਿੱਚ ਇੱਕ ਨਵਾਂ ਸੈੱਲ ਇੰਟਰੋਡਿਊਸ ਕੀਤਾ, ਮੰਨ ਲਓ ਇਹ ਸੈੱਲ ਇੰਟਰੋਡਿਊਸ ਕਰਤਾ ਮੈਂ, ਇਸ ਸੈੱਲ ਦੀ ਫ੍ਰੀਕੁਐਂਸੀ ਸੀ A, ਇੱਥੇ ਮੈਂ ਲਾਤਾ E, ਇੱਥੇ ਲਾਤਾ F ਤੇ ਇੱਥੇ ਲਾਤਾ G। 3 ਸੈਲਸ ਮੈਂ ਮੰਨ ਲਓ ਇੱਥੇ ਇੰਟਰੋਡਿਊਸ ਕਰਤੇ ਛੋਟੇ ਛੋਟੇ। ਹੁਣ ਜਦੋਂ A ਤੋਂ ਗੱਡੀ ਜਾਣੀ ਹੈ ਜਾਂ ਬੰਦਾ ਯੂਜ਼ਰ ਜਿਹੜਾ ਆ, ਉਹਨੇ ਵੈਸੇ ਇੱਥੋਂ ਜਦੋਂ ਬਾਹਰ ਆਣਾ ਸੀ ਤਾਂ ਹੈਂਡ ਆਫ ਹੋਣੀ ਸੀ, ਪਰ ਜਦੋਂ ਨਵਾਂ ਸੈੱਲ ਪਾਤਾ, ਨਵੀਂ ਫ੍ਰੀਕੁਐਂਸੀ ਪਾਤੀ, ਉਨੀਆਂ ਹੈਂਡ ਆਫ ਜ਼ਿਆਦਾ ਵੱਧ ਜਾਣੀਆਂ। ਮਤਲਬ ਉਹ ਥੋੜਾ ਜਿਹਾ ਵੀ ਇੱਥੋਂ ਨਿਕਲੇਗਾ ਤੇ ਹੈਂਡ ਆਫ ਉਹਨੂੰ ਕਰਨੀ ਪੈਣੀ ਹੈ। ਉਹਦੇ ਨਾਲ ਕੀ ਹੋਣਾ, MSC ਨੂੰ ਬਰਡਨ ਪੈਣਾ। ਦੈਟ ਮੀਨਸ ਹੈਂਡ ਆਫਸ ਆਰ ਮੋਰ ਫ੍ਰੀਕੁਐਂਟ। ਜਿੰਨੇ ਆਪਾਂ ਸੈੱਲ ਇੰਟਰੋਡਿਊਸ ਕਰਾਂਗੇ ਇੱਕ ਦੇ ਵਿੱਚ ਦੂਜਾ, ਉਨੀ ਹੈਂਡ ਆਫ ਜ਼ਿਆਦਾ ਵੱਧ ਜਾਏਗੀ, ਇੱਕ ਬੇਸ ਸਟੇਸ਼ਨ ਤੋਂ ਦੂਜੇ ਬੇਸ ਸਟੇਸ਼ਨ ਲਈ ਟ੍ਰਾਂਸਫਰ ਵੱਧ ਜਾਏਗੀ। ਠੀਕ ਹੈ, ਦੂਜਾ ਚੈਨਲ ਅਸਾਈਨਮੈਂਟਸ ਬਿਕਮ ਡਿਫਿਕਲਟ। ਇਹ ਜਿਹੜਾ ਪੈਟਰਨ ਹੈ ਬਹੁਤ ਡਿਫਿਕਲਟ ਹੁੰਦਾ, ਸਾਨੂੰ ਸਮਝਾਉਣ ਲਈ ਸੌਖਾ, ਪਰ ਜਦੋਂ ਆਪਾਂ ਚੈਨਲ ਅਸਾਈਨਮੈਂਟ ਕਰਦੇ ਹਾਂ ਤਾਂ ਦੇਖਣਾ ਪੈਂਦਾ ਕਿਹੜੇ ਸੈਲਸ ਜਿਹੜੇ ਆ ਉਹ ਇੰਟਰਫੇਰੈਂਸ ਨਹੀਂ ਪ੍ਰੋਡਿਊਸ ਕਰਨਗੇ, ਕਿਹੜੇ ਚੈਨਲ ਦਾ। ਸੋ ਉਹ ਡਿਫਿਕਲਟੀ ਆ ਜਾਂਦੀ ਹੈ ਇਹਦੇ 'ਚ। all cells are not split simultaneously, so special care have to be taken for proper allocation of problem। ਇਹਨੂੰ ਜਦੋਂ ਆਪਾਂ ਕਰਨਾ ਹੈ ਤਾਂ ਪ੍ਰੋਪਰ ਐਲੋਕੇਸ਼ਨ ਹੋਣੀ ਚਾਹੀਦੀ ਹੈ ਚੈਨਲਸ ਦੀ। ਉਹੀ ਚੀਜ਼ ਆ ਗਈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਇਹ ਨਾ ਹੋਵੇ ਕਿ ਇੱਕ ਬੰਦੇ ਦੀ ਕਾਲ ਚਲਦੇ ਚਲਦੇ ਕੱਟੀ ਜਾ ਰਹੀ ਹੈ ਬਿਕੋਜ਼ ਉਹਦੇ ਵਿੱਚ ਦੂਜਾ ਸੈੱਲ ਇੰਟਰਫੇਅਰ ਕਰ ਰਿਹਾ। ਠੀਕ ਹੈ, ਦੂਜਾ ਚੈਨਲ ਇੱਦਾਂ ਦਾ ਕੁਝ ਨਾ ਹੋਵੇ। ਨੈਟਵਰਕ ਇਜ਼ ਵੈਰੀ ਸੈਂਸਿਟਿਵ। ਠੀਕ ਹੈ, ਸੋ ਇਹ ਸਾਰੀਆਂ ਲਿਮਿਟੇਸ਼ਨਸ ਹੈ ਸੈਲ ਸਪਲਿਟਿੰਗ ਦੀਆਂ। ਉਸ ਤੋਂ ਬਾਅਦ ਆ ਜਾਂਦਾ ਸੈਲ ਸੈਕਟਰਿੰਗ। ਸੈਕਟਰਿੰਗ ਦਾ ਮਤਲਬ ਕੀ ਹੁੰਦਾ?
ਸਿਰ ਸੈਕਟਰਸ ਵਿੱਚ ਡਿਵਾਈਡ ਕਰਨਾ। सेक्टर्स ਦੇ ਵਿੱਚ ਡਿਵਾਈਡ ਕਰਨਾ। सेक्टर मतलब क्या होता है सेक्टर? कहाँ नहीं सर। ਸਰ मतलब थोड़ा थोड़ा एरिया मतलब थोड़ा थोड़ा एरिया सेक्टर। ਤੁਸੀਂ MRE ਪੜ੍ਹਦੇ ਪਏ ਹੋ ਨਾ? ਹਾਂਜੀ MRE ਵਿੱਚ Sir. ਐਂਟੀਨਾ ਚੈਪਟਰ ਪੜ੍ਹ ਲਿਆ? ਨਹੀਂ ਸਰ पता नहीं पहले 3 पढ़े नाम नहीं पता पर ਓਕੇ ਨਹੀਂ CS ਦੇ ਵਿੱਚ ਐਂਟੀਨਾਸ ਪੜ੍ਹੇ ਹੋਏ ਆ? CSER ਡਿਜੀਟਲ ਕਮਿਊਨੀਕੇਸ਼ਨ ਹਾਲੇ sir. ਸਰ ਹਾਂ ਉਹਦੇ ਵਿੱਚ ਆਪਾਂ ਸੈਕਟਰ ਵਰਡ एंटीनास पढ़े सीगे। CS1 ਚ ਪੜ੍ਹੇ ਸੀ। ਹਾਂਜੀ ਆਵਾਜ਼ ਆ ਰਹੀ ਹੈ? ਹਾਂਜੀ ਸਰ ਹੁੰਦਾ ਸੋ ਸੈਕਟਰਿੰਗ ਵਰਡ ਯੂਜ਼ ਕੀਤਾ ਸੀ ਕਦੀ ਐਂਟੀਨਾ ਵਾਲੇ ਚੈਪਟਰ 'ਚ? ਨਹੀਂ ਸਰ ਨਹੀਂ ਕੀਤਾ। नहीं सर। ਸੈਕਟਰ ਕੀ ਹੁੰਦਾ ਹੈ? ਜਦੋਂ ਤੁਸੀਂ ਟਾਵਰ ਦੇਖਦੇ ਹੋ ਨਾ, ਕਦੀ ਵੀ ਤੁਹਾਡੇ ਆਲੇ ਦੁਆਲੇ ਜਿਹੜੇ ਟਾਵਰ ਲੱਗੇ ਹੁੰਦੇ ਜਿੱਤੇ ਮੋਬਾਈਲ ਸਟੇਸ਼ਨਸ ਦਾ ਆਪਾਂ ਬੇਸ ਸਟੇਸ਼ਨ ਜਿਹਨੂੰ ਕਹਿੰਦੇ ਆ, ਉਹ ਕਦੀ ਦੇਖਿਓ ਉੱਤੇ ਇੱਕ ਤਾਂ ਗੋਲ ਐਂਟੀਨਾਸ ਲੱਗੇ ਹੁੰਦੇ ਆ, ਠੀਕ ਹੈ, ਹਾਂਜੀ। ਤੇ ਕਈਆਂ ਬਾਕੀ ਚਾਰੋਂ ਪਾਸੇ ਨਾ ਏਦਾਂ ਦੇ ਐਂਟੀਨਾ ਲੱਗੇ ਹੋਣਗੇ ਜਿਹੜੇ ਕਿ ਰੈਕਟੈਂਗਲ ਇਨ ਸ਼ੇਪ ਹੋਣਗੇ, ਲੰਬੇ ਲੰਬੇ ਹੁੰਦੇ ਆ। हाँ जी सर। हाँ जी देखे सर देखे है। ਹੈਨਾ? देखे सर। ਸਭ ਨੇ ਦੇਖੇ ਹੋਣੇ ਪਰ ਉਹ ਸਮਝ ਨਹੀਂ ਆਉਂਦੀ ਹੋਣੀ ਜਾਂ ਆਪਾਂ ਕਦੀ ਨੋਟਿਸ ਨਹੀਂ ਕੀਤਾ ਕਿ ਇਹ ਕੀ ਹੈ ਤੇ ਗੋਲ ਕੀ ਹੈ। ਜਿਹੜੇ ਗੋਲ ਐਂਟੀਨਾਸ ਹਾਂਜੀ ਹੁੰਦੇ ਨਾ, sir. that is basically omni directional Dish antennas antenna. ਹੁੰਦੇ। ਮਤਲਬ ਉਹ omni directional ਹੋ ਸਕਦੇ ਆ ਜਾਂ ਉਹਨਾਂ ਦੀ ਡਾਇਰੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਐਂਗਲਸ ਕਵਰ ਅਪ ਕਰ ਸਕਦੀ ਹੈ। ਜਿਹੜੇ ਗੋਲ ਹੁੰਦੇ, ਕੁਝ ਹੁੰਦੇ ਏਦਾਂ ਦੇ ਟਾਵਰ ਬਣੇ ਹੁੰਦੇ ਏਦਾਂ ਦੇ, ਮਤਲਬ ਉਹ ਪਾਈਪ ਵਰਗੇ ਹੁੰਦੇ ਆ। ਜਿਹੜੇ ਆ ਪਾਈਪ ਵਰਗੇ ਹੁੰਦੇ ਇਹ ਹੁੰਦੇ ਓਮਨੀ, ਮਤਲਬ ਇਹ 360 ਡਿਗਰੀ ਆਪਣੇ ਡਾਇਰੈਕਸ਼ਨ ਹੁੰਦੀ ਇਹਨਾਂ ਦੀ, 360 ਡਿਗਰੀ ਟਰਾਂਸਮਿਟ ਕਰ ਸਕਦੇ ਸੀ। ਪਰ ਜਿਹੜੇ ਆਹ ਵਾਲੇ ਹੁੰਦੇ ਆ ਇਹਨਾਂ ਦੀ ਸਿਰਫ ਹੁੰਦੀ 30 ਡਿਗਰੀ 60 ਡਿਗਰੀ ਇੱਥੇ ਤੱਕ ਇਹਨਾਂ ਦੀ ਡਾਇਰੈਕਟਿਵਿਟੀ ਹੁੰਦੀ ਹੈ। ਜਿਹੜੇ ਆ ਸੈਕਟਰਸ ਹੁੰਦੇ, ਦਿਸ ਇਜ਼ ਕਾਲਡ ਸੈਕਟਰਸ। ओके सर। ਠੀਕ ਹੈ। ਜਦੋਂ ਦੁਬਾਰਾ ਆਪਾਂ ਦੱਸਿਓ ਤੁਸੀਂ ਹਾਂਜੀ ਸੈਕਟਰ ਕੀ ਸੀ ਦੁਬਾਰਾ ਦੱਸਿਓ। ਜਿਹੜੇ ਆ ਰੈਕਟੈਂਗੂਲਰ ਵਾਲੇ ਪੀਸਿਸ ਹੁੰਦੇ ਨਾ, ਐਂਟੀਨਾਸ ਹੁੰਦੇ ਆ, ਇਹਨਾਂ ਦੀ ਜਿਹੜੀ ਡਾਇਰੈਕਟਿਵਿਟੀ ਹੁੰਦੀ ਕਿ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ ਟਰਾਂਸਮਿਟ ਕਰਦੇ ਸਿਗਨਲ ਨੂੰ। ਤੇ ਜਿਹੜੇ ਸੈਕਟਰ ਹੁੰਦੇ ਨਾ ਇਹ ਸਾਡੇ 30 ਡਿਗਰੀ ਜਾਂ 60 ਡਿਗਰੀ ਤੱਕ ਹੀ ਐਂਗਲ ਨੂੰ ਕਵਰ ਅਪ ਕਰ ਸਕਦੇ, ਮਤਲਬ ਇੱਕ ਡਾਇਰੈਕਸ਼ਨ ਦੇ ਵਿੱਚ ਸਿਗਨਲ ਭੇਜ ਸਕਦੇ ਆ, ਨਾ ਕਿ ਸਾਰੀ ਜਗ੍ਹਾ। ਜੇ ਮੈਂ ਗੋਲ ਐਂਟੀਨਾ ਯੂਜ਼ ਕਰਦਾ ਆ ਵਾਲਾ ਜਿਹੜਾ ਕਿ ਸਰਕਲਡ ਹੁੰਦਾ, ਪਾਈਪ ਵਰਗਾ ਹੁੰਦਾ, ਠੀਕ ਹੈ, ਆਹ ਵਾਲਾ ਜਿਹੜਾ ਐਂਟੀਨਾ ਹੁੰਦਾ ਇਹਨੂੰ ਆਪਾਂ ਹੌਟਸਪੌਟ ਵੀ ਕਹਿੰਦੇ ਆ। ਇਹ 360 ਡਿਗਰੀ ਰੋਟੇਸ਼ਨ ਚ ਘੁੰਮਦੇ ਆ, ਮਤਲਬ ਇਹਦੇ ਆਲੇ ਦੁਆਲੇ ਇਹਨੇ ਸਾਰਾ ਏਰੀਆ ਕਵਰ ਕਰਨਾ। ਬਟ ਜਿਹੜੇ ਆਹ ਵਾਲੇ ਪੀਸਿਸ ਹੁੰਦੇ ਆ ਰੈਕਟੈਂਗੂਲਰ, ਇਹ ਹੁੰਦੇ ਡਾਇਰੈਕਸ਼ਨਲ ਐਂਟੀਨਾਸ। ਇਹਨਾਂ ਨੂੰ ਹੀ ਸੈਕਟਰ ਕਿਹਾ ਜਾਂਦਾ ਇਨ ਦਿਸ ਵਾਇਰਲੈਸ ਫਾਰਮ, ਜਾਂ ਆਪਣੀ ਜਿਹੜੀ ਵਾਇਰਲੈਸ ਕਮਿਊਨੀਕੇਸ਼ਨ ਹੈ, ਜਿੰਨੇ ਵੀ ਐਂਟੀਨਾਸ ਇਦਾਂ ਦੇ ਹੋਣਗੇ ਉਹਨੂੰ ਸੈਕਟਰ ਦਾ ਨਾਮ ਦਿੱਤਾ ਜਾਂਦਾ। ਠੀਕ ਹੈ। ਹੁਣ ਸਾਡਾ ਮਕਸਦ ਕੀ ਹੈ ਇਸ ਟੌਪਿਕ ਨੂੰ ਕਵਰ ਅਪ ਕਰਨ ਦਾ? ਸਾਡੇ ਕੋਲ ਅਸੀਂ ਪੜ੍ਹਿਆ ਹੈ ਕਿ ਇਦਾਂ ਦਾ ਹਨੀਕੌਮ ਹੁੰਦਾ, ਪੈਟਰਨ ਹੁੰਦਾ, ਜਿਹਦੇ ਚ ਆਪਾਂ ਸੈਂਟਰ ਦੇ ਵਿੱਚ ਇੱਕ ਬੇਸ ਸਟੇਸ਼ਨ ਲਾਇਆ ਜਿਹੜਾ ਚਾਰੋਂ ਪਾਸੇ ਕਵਰ ਕਰ ਰਿਹਾ ਹੈ ਨਾ। ਇਹੀ ਪੜ੍ਹਿਆ ਨਾ ਹਲੇ ਤੱਕ? ਹਾਂਜੀ ਸਰ। ਹੁਣ ਚਾਰੋਂ ਪਾਸੇ ਕਵਰ ਤਾਂ ਕਰ ਰਿਹਾ, ਕਿ ਉਹ ਇੱਕ ਐਂਟੀਨਾ ਕਰ ਰਿਹਾ ਚਾਰੋਂ ਪਾਸੇ ਕਵਰੇਜ, ਕੇ ਅਲੱਗ-ਅਲੱਗ ਐਂਟੀਨਾਸ ਲੱਗੇ ਹੋਣਗੇ? ਅਲੱਗ-ਅਲੱਗ। ਕਿਉਂ? फिर दोबारा तो दस्यो। ਇਹ ਨਹੀਂ ਪਤਾ। ਆਪਾਂ ਅਲੱਗ-ਅਲੱਗ ਹੀ ਲੱਗੇ ਹੋਏ। ਆਪਾਂ सर एक साइड से कह रहे हो कि एक हनी पूरे हनीकॉम से कह रहे हो? ਆਪਾਂ ਕੋਲ ਆ ਪੈਟਰਨ ਹੈ, ਸਮਝ ਲਓ। ਠੀਕ ਹੈ। हाँ जी। ਇਹਦੇ ਵਿੱਚ ਆ ਜਿਹੜੇ 1 2 3 4 5 6 7, ਇਹ 7 ਕਲਸਟਰ, 7 ਸੈੱਲ ਦਾ ਕਲਸਟਰ ਯੂਜ਼ ਕਰ ਰਹੇ ਆ ਆਪਾਂ। ਹੁਣ ਇਹਦੇ ਚ ਜਿੱਥੇ ਮੈਂ 1 ਹਾਂਜੀ sir। ਲਿਖਿਆ, 2 ਲਿਖਿਆ, 3 ਲਿਖਿਆ, 4 ਲਿਖਿਆ, 5 ਲਿਖਿਆ, 6 ਲਿਖਿਆ, 7 ਲਿਖਿਆ, ਇਹ ਇੱਕੋ ਹੀ ਐਂਟੀਨਾ ਨੂੰ ਸ਼ੋ ਕਰ ਰਿਹਾ ਕਿ ਇਹਦੇ ਵਿੱਚ ਬਹੁਤ ਸਾਰੇ ਐਂਟੀਨਾ ਹੋ ਸਕਦੇ ਆ। ਛੋਟੇ-ਛੋਟੇ ਸਰ ਬੇਸ ਸਟੇਸ਼ਨ ਤਾਂ ਹੋਊਗਾ ਹੀ। ਯਾਰ ਬੇਸ ਸਟੇਸ਼ਨ ਦਾ ਤੇ ਉਹਨਾਂ ਇੱਕੋ ਦੇ ਹੀ ਹੈ। ਅਲੱਗ-ਅਲੱਗ location। ਮੰਨ ਲੈ ਇਹਨੂੰ ਮੈਂ ਵੱਡਾ ਕਰ ਰਿਹਾ 7 ਨੂੰ, ਆ 7 ਸੈੱਲ, 7 ਨੰਬਰ ਸੈੱਲ ਹੈ, ਠੀਕ ਹੈ। ਹੁਣ 7 ਨੰਬਰ ਸੈੱਲ ਨੇ ਆ ਸਾਰੀ ਕਵਰੇਜ ਕਰਨੀ ਹੈ ਹੈਕਸਾਗਨਲ ਸ਼ੇਪ ਦੀ, ਤੇ ਇਹਦੇ ਵਿੱਚ ਆਪਾਂ ਇੱਕੋ ਐਂਟੀਨਾ ਲਾ ਕੇ ਕਰਵਾ ਸਕਦੇ ਆ
ओमनी डायरेक्शनल के छोटे छोटे डायरेक्शनल एंटीना ला के करवाइए, मैं कह रहा फिर एक ना हो जाएगा पूरे है। छोटे छोटे भी लगूगे सर? छोटे छोटे भी लगूगे तो एक भी लग सकता। नहीं हाँ एक ना जी। हो जाएगा। ਇੱਕ ਨਾਲ ਹੋ ਹੀ ਜਾਣਾ। एक नाल हो जाना ना, हाँ जी। ਜੀ है ना। नहीं हुण सर, मैं इत्थे मेरे एंटीना sir लाया नहीं। 7 नंबर है, ਹਾਂਜੀ ਕਿਉਂਕਿ ਉਹ ਬਾਈ ਡਾਇਰੈਕਸ਼ਨਲ ਹੋਏਗਾ, ਇੱਕ ਫਿਰ ਇੱਕ ਨਾਲ ਹੋ ਹੀ ਜਾਣਾ। एक बाई डायरेक्शनल होएगा तो एक नाल हो जाना, मतलब उन्हें सारी कवरेज कर देनी है ना। नहीं होना सर, ਹਾਂਜੀ। किते किते कवरेज नहीं भी पहुंचनी सर, उत्थे छोटे एंटीना जिदा लोड पऊ। अच्छा, जे जे एक पासे मान लो कवरेज ने, पर जे एंटीना है ही ओमनी डायरेक्शनल है, 360 डिग्री कर सकता है, ਤੇ ਉਹਨੂੰ ਬਣਾਇਆ ਹੀ ਅੱਧਾ ਗਿਆ, ਤੇ ਫਿਰ ਸਾਨੂੰ ਕੀ ਲੋੜ ਆ ਛੋਟੇ ਸੈੱਲ ਦੀ, ਜਾਂ ਸਾਨੂੰ ਛੋਟੇ ਛੋਟੇ सर वो कवरेज करने की कैपेसिटी सर इतनी पावर नहीं होगी यार, नहीं ਪਾਵਰ ਵੀ पहुंचना होना, ਹੈਗੀ, ट्रांसमिट नहीं होता मतलब। ਪਾਵਰ ਵੀ ਹੈਗੀ 360 ਡਿਗਰੀ ਐਂਟੀਨਾ ਦੀ ਪਾਵਰ ਹੁੰਦੀ ਹੈ ਕਿ ਉਹ ਮੰਨ ਲਓ 500 ਮੀਟਰ 1 ਕਿਲੋਮੀਟਰ 1.5 ਕਿਲੋਮੀਟਰ ਏਦਾਂ ਪਾਵਰ ਹੁੰਦੀ ਉਹਦੀ ਰੇਟਿੰਗ। सर ਵਿੱਚ obstacles ਵੀ ਤਾਂ ਆਣੇ ਨਾ, ਕਈ ਕਈ ਬਿਲਡਿੰਗਸ ਹੋਣੀਆਂ, ਕੁਝ ਹੋਏਗਾ। ਤੇ ਉਹ ਤਾਂ ਜੇ ਮੈਂ ਡਾਇਰੈਕਸ਼ਨਲ ਲਾਉਂਗਾ ਤਾਂ ਵੀ ਆਊਗਾ। ਤੁਸੀਂ ਤਾਂ ਦੱਸੋ ਸਰ, ਝੂਠ ਬੋਲ ਰਹੇ। ਐਂਟੀਨਾ ਹੀ ਕੱਟ ਦੋ। ਜੇ ਮੈਂ ਦੇਖੋ ਚੱਕਰ ਕੀ ਹੋਣਾ, ਮੰਨ ਲਓ ਇਹ 5 ਨੰਬਰ ਸੈੱਲ ਦੀ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਜੇ ਇੱਥੇ ਇੱਕੋ ਐਂਟੀਨਾ ਲੱਗਾ ਹੋਵੇ ਜਿਹੜਾ ਕਿ ਓਮਨੀ ਡਾਇਰੈਕਸ਼ਨਲ ਹੈ, ਠੀਕ ਹੈ। ਹਾਂਜੀ ਹੁਣ ਓਮਨੀ ਡਾਇਰੈਕਸ਼ਨਲ ਐਂਟੀਨਾ ਦੀ ਇੰਨੀ ਕਵਰੇਜ ਹੈ, ਆਹ ਕਵਰੇਜ ਦੇ ਰਿਹਾ, ਇਹਦੇ ਚਾਰੋਂ ਪਾਸੇ 5 ਨੰਬਰ ਜਿਹੜਾ ਸੈੱਲ ਹੈ ਉਹ ਦੁਬਾਰਾ ਯੂਜ਼ ਹੋ ਰਿਹਾ, ਇੱਥੇ ਵੀ 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 ਹੋ ਰਿਹਾ, ਤੇ ਇੱਥੇ ਵੀ ਹੋ ਰਿਹਾ। ਟੋਟਲ 6 ਆਲੇ ਦੁਆਲੇ ਇਹਦੇ ਕੋਲ 5 ਨੰਬਰ ਸੈੱਲਸ ਹੋਰ ਹੈਗੇ ਆ ਜਿਹੜੇ ਸੇਮ ਫ੍ਰੀਕੁਐਂਸੀ ਤੇ ਕੰਮ ਕਰ ਰਹੇ, ਠੀਕ ਹੈ। ਹੁਣ ਜੇ ਇੱਥੇ ਓਮਨੀ ਡਾਇਰੈਕਸ਼ਨਲ ਐਂਟੀਨਾ ਲੱਗਾ ਹੈ ਇਸ ਸੈਂਟਰ ਵਿੱਚ, ਤਾਂ ਕੀ ਹੋਏਗਾ, ਇਹਦੀ 6 ਦੇ ਨਾਲ ਕੋ ਚੈਨਲ ਇੰਟਰਫੇਰੈਂਸ ਹੋਣ ਦੇ ਚਾਂਸਸ ਹੈ 6 ਸੈੱਲਸ ਦੇ ਨਾਲ, ਕਿਉਂਕਿ ਕੋ ਚੈਨਲ ਇਹਦੇ 6 ਹੈਗੇ ਆਲੇ ਦੁਆਲੇ, ਤੇ ਕਿਤੇ ਵੀ ਪਾਵਰ ਜ਼ਿਆਦਾ ਵੱਧ ਗਈ ਪਿੱਛੋਂ, ਜਾਂ ਇਧਰੋਂ ਵੀ ਓਮਨੀ ਡਾਇਰੈਕਸ਼ਨਲ ਲੱਗਾ ਹੈ, ਇਹਦੀ ਪਾਵਰ ਇੱਧਰ ਪਹੁੰਚ ਗਈ ਜਾਂ ਇਹਦੀ ਪਾਵਰ ਇੱਧਰ ਪਹੁੰਚ ਗਈ, ਤਾਂ ਆਪਸ ਵਿੱਚ ਇੰਟਰਫੇਰੈਂਸ ਆ ਜਾਣੀ ਹੈ। 6 ਸੈੱਲਸ ਦੇ ਨਾਲ ਇਹ ਰਿਸਕ ਲੈ ਰਿਹਾ ਨਾ, ਠੀਕ ਹੈ। ਹਾਂਜੀ ਸਰ। ਤੇ ਜੇ ਇਹਨੂੰ ਮੈਂ ਕਨਵਰਟ ਕਰ ਦਵਾਂ ਇਹਦਾ ਡਾਇਰੈਕਸ਼ਨਲ ਐਂਟੀਨਾ, ਓਮਨੀ ਡਾਇਰੈਕਸ਼ਨਲ ਚੱਕ ਦਵਾਂ, ਮੈਂ ਇਹਨੂੰ ਡਾਇਰੈਕਸ਼ਨਲ ਚ ਕਨਵਰਟ ਕਰ ਦਵਾਂ, ਇਹਨਾਂ ਨੇ ਦੇਖੋ ਡਾਇਰੈਕਸ਼ਨਲ ਚ ਹੀ ਕੀਤਾ ਹੋਇਆ, ਇਹਦੇ ਵਿੱਚ ਕੀ ਕੀਤਾ, ਆਹ ਵਾਲਾ ਸੈੱਲ, ਆਹ ਸੈੱਲ ਹੈ 5 ਨੰਬਰ, ਮਤਲਬ ਇਹਦੀ ਜਿਹੜੀ ਡਾਇਰੈਕਸ਼ਨ ਹੈ ਸਿਰਫ ਇੱਧਰ ਦੀ ਹੈ, ਐਂਡ ਦੈਟ ਇਜ਼ 120 ਡਿਗਰੀ ਫੋਰ ਐਗਜ਼ਾਮਪਲ। 120 ਡਿਗਰੀ ਇਹਦੀ ਡਾਇਰੈਕਸ਼ਨ ਰਹਿ ਗਈ 5 ਨੰਬਰ ਸੈੱਲ ਦੀ। ਇਹਨੇ ਕੀ ਕੀਤਾ, ਹੁਣ ਇੱਥੋਂ ਦੀ ਇੱਥੇ ਤੱਕ ਟ੍ਰਾਂਸਫਰ ਕਰੇਗਾ ਸਿਗਨਲ, ਤੇ ਇੱਥੋਂ ਦੀ ਇੱਥੇ ਤੱਕ ਕਰੇਗਾ। ਹੁਣ ਦੱਸੋ ਕਿ ਇਹਦੀ ਕਿੰਨੇ ਨਾਲ ਕੋ ਚੈਨਲ ਇੰਟਰਫੇਰੈਂਸ ਹੋ ਸਕਦੀ ਹੈ? 6 ਨਾਲ ਕਿੱਦਾਂ, ਇਹਦੀ ਡਾਇਰੈਕਸ਼ਨ ਇੱਧਰ ਹੈ, ਪਿੱਛੇ ਵਾਲੇ ਨਾਲ ਤਾਂ ਕਰ ਹੀ ਨਹੀਂ ਸਕਦਾ ਹੈ, ਮਤਲਬ ਇਹਦੀ ਜਿਹੜੀ ਇੰਟਰਫੇਰੈਂਸ ਰਹਿ ਗਈ ਇੱਕ ਇਹਦੇ ਨਾਲ ਤੇ ਇੱਕ ਇਹਦੇ ਨਾਲ ਹੋ ਸਕਦੀ ਹੈ ਹੁਣ ਬਸ। ਹਾਂਜੀ ਅਗਲੇ ਵਾਲੇ 5 ਨਾ ਹੋਊਗੀ सर 5 ਅਗਲੇ ਵਾਲੇ ਨਾਲ ਹੋਏਗੀ। ਸੋ 6 ਤੋਂ ਘੱਟ ਕੇ ਕਿੰਨਿਆਂ ਨਾਲ ਰਹਿ ਗਈ, ਚਾਂਸ ਕਿੰਨਿਆਂ ਨਾਲ ਰਹਿ ਗਏ, 2 ਨਾਲ ਰਹਿ ਗਏ। ਇੱਕ ਤਾਂ ਆਹ ਫਾਇਦਾ ਹੋਣਾ ਸੈਕਟਰਿੰਗ ਦਾ। ਸੈਕਟਰਿੰਗ ਹੁੰਦਾ ਕੀ ਹੈ, ਓਮਨੀ ਡਾਇਰੈਕਸ਼ਨਲ ਐਂਟੀਨਾ ਨੂੰ ਚੇਂਜ ਕਰਨਾ ਇਹਦਾ ਡਾਇਰੈਕਸ਼ਨਲ ਐਂਟੀਨਾ, ਠੀਕ ਹੈ। ਫਰਕ ਕੀ ਪੈਣਾ, ਆ ਚੀਜ਼ ਹੈ। ਦੋ ਤਰ੍ਹਾਂ ਦੀ ਸੈਕਟਰਿੰਗ ਯੂਜ਼ ਕਰਦੇ ਆਪਾਂ, 120 ਡਿਗਰੀ ਤੇ 60 ਡਿਗਰੀ। ਸਾਡੇ ਕੋਲ ਇੱਕ ਸੈੱਲ ਹੈ ਜਿਹੜਾ ਕੰਪਲੀਟ ਹੈਕਸਾਗਨਲ ਬਣਾਉਂਦਾ, ਇਹਦੇ ਵਿੱਚ ਆਪਾਂ 3 ਸੈੱਲਸ ਯੂਜ਼ ਕਰ ਲਏ 120 ਡਿਗਰੀ ਐਂਗਲ ਦੇ, ਔਰ ਤਿੰਨਾਂ ਦੀ ਫ੍ਰੀਕੁਐਂਸੀ ਵੱਖਰੀ ਵੱਖਰੀ ਰੱਖ ਲਈ। ਕੀ ਹੋਏਗਾ, ਇੱਕ ਤਾਂ ਚੈਨਲ ਕਪੈਸਿਟੀ ਵੱਧ ਜਾਏਗੀ, ਇੱਕ ਨੰਬਰ ਸੈੱਲ ਜਿਹੜਾ ਆ ਉਹਦੇ 1000 ਯੂਜ਼ਰ ਭੁਗਤ ਰਹੇ ਆ, 2 ਨੰਬਰ ਦੇ 1000 ਭੁਗਤ ਰਹੇ, ਤੇ 3 ਦੇ 1000 ਭੁਗਤ ਰਹੇ। ਜੇ ਮੈਂ ਇਹਨੂੰ ਇਕੱਲੇ ਨੂੰ ਇੱਕ ਹੀ ਯੂਜ਼ ਕਰਦਾ ਏਦਾਂ ਤਾਂ 1000 ਭੁਗਤਣਾ ਸੀ, ਮੈਂ ਕੀ ਕੀਤਾ, ਉਹਨੂੰ 120 ਡਿਗਰੀ ਸੈਕਟਰਿੰਗ ਚ ਕਨਵਰਟ ਕਰਤਾ, ਤਿੰਨਾਂ ਦੀ ਸ਼ੇਪ ਅਲੱਗ-ਅਲੱਗ ਕਰਤੀ, ਤਿੰਨਾਂ ਨੂੰ ਅਲੱਗ-ਅਲੱਗ ਡਾਇਰੈਕਸ਼ਨ ਤੇ ਫੈਲਾਤਾ, 1000 ਇਹਨੇ ਭੁਗਤਾ ਦੇਣੇ, 1000 ਇਹਨੇ ਭੁਗਤਾ ਦੇਣੇ, 1000 ਇਹਨੇ, ਕਪੈਸਿਟੀ ਵੱਧ ਗਈ, 3000 ਹੋਏ ਨੇ ਕਪੈਸਿਟੀ ਵੱਧ ਗਈ ਨਾ। ਜੀ ਸਰ। ਹੁਣ ਇਹਦੇ ਨਾਲ ਹੋਣਾ ਕੀ ਹੈ, ਇੱਕ ਤਾਂ ਕਪੈਸਿਟੀ ਵੱਧ ਜਾਣੀ, ਦੂਜਾ ਇਹਦੇ ਨਾਲ CCI ਘਟ ਜਾਣਾ, ਕਿ ਜਿਹੜਾ ਉਹ ਓਮਨੀ ਡਾਇਰੈਕਸ਼ਨਲ ਕਰਕੇ ਸਾਰੇ ਪਾਸੇ ਇੰਟਰਫੇਰੈਂਸ ਹੋਣ ਦੇ ਚਾਂਸਸ ਸੀ, ਉਹ ਡਾਇਰੈਕਸ਼ਨਲ ਦੇ ਕਰਕੇ ਸਿਰਫ 2 ਪਾਸੇ ਰਹਿ ਜਾਣੇ 6 ਚੋਂ, ਠੀਕ ਹੈ। ਉਹ ਵੀ ਆਪਾਂ ਪਾਵਰ ਨੂੰ ਕੰਟਰੋਲ ਕਰ ਲਈਏ ਤਾਂ ਉਹ ਵੀ ਘਟ ਜਾਏਗੀ।
ਮਤਲਬ ਆਪਾਂ ਇਦਾਂ ਦੀ ਨਾ ਕੰਡੀਸ਼ਨ ਆਉਂਦੀ ਹੈ ਕਿ ਇੱਕ ਦੂਜੇ ਚ ਇੰਟਰਫੇਰੈਂਸ ਹੋ ਜੇ, ਪਰ ਆਪਾਂ ਦਾ ਰਿਸਕ ਘਟ ਗਿਆ ਕਿ ਜਿਹੜੇ 6 ਨਾਲ ਰਿਸਕ ਸੀਗਾ ਉਹ ਸਿਰਫ 2 ਨਾਲ ਰਹਿ ਗਿਆ ਹੁਣ। ਕਲੀਅਰ? ਹਾਂਜੀ ਸਰ। ਹੁਣ ਇਹਨੂੰ 1 ਮਿੰਟ ਰਹਿ ਗਿਆ, ਲੈਸ ਦੈਨ 1 ਮਿੰਟ, ਮੈਨੂੰ ਦੁਬਾਰਾ ਰੀਜੁਆਇਨ ਕਰ ਲੈਣਾ, ਇਹਦੀ ਤੁਹਾਨੂੰ ਥਿਊਰੀ ਪੜ੍ਹਾ ਦੇਣਾ ਮੈਂ। ਓਕੇ ਸਰ। ਠੀਕ ਹੈ। ਓਕੇ ਸਰ।